सतनाम श्री वाहिगुरु साहिब जीओ। तिलंग महला पंजवा। मेरा दाना दिल सोच, मुहब्बते मन तन बसै, सच साबंदी मोच रहाओ। दीदने दीदार साहिब कछ नहीं इसका मोल। पाक परवदगार तू खुद खसम वड्डा अतोल। मेरा दाना दिल सोच, वाहिगुरू जी का खालसा वाहिगुरू जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਆਪ ਸਭ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹੋ। ਆਓ ਮਨ ਦੇ ਧਿਆਨ ਨੂੰ ਲਗਾਈਏ, ਭਾਵਨਾ ਨਾਲ ਅੰਮ੍ਰਿਤ ਸ਼ਬਦ ਦੀ ਵਿਚਾਰ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ श्री वाहिगुरु साहिब जी। सतनाम श्री वाहिगुरु साहिब जीओ। तिलंग महला पंजवा। पंचम पातशाह ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕਰ ਲੈ। ਤਿਲੰਗ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਪੰਜ ਸ਼ਬਦ ਪ੍ਰਾਪਤ ਹੋਏ ਨੇ। ਇਹ ਪੰਜਵਾਂ ਸ਼ਬਦ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ। मेरा दाना दिल सोच, ਸਤਿਗੁਰੂ ਬਖਸ਼ਿਸ਼ ਕਰਦੇ। ਦਾਨਾ ਤੋਂ ਭਾਵ ਹੈ ਗੁਰੂ ਅੰਤਰਜਾਮੀ ਤੇ ਪੀਰਾਂ ਤੋਂ ਭਾਵ ਹੈ ਪਾਤਸ਼ਾਹ। ਉਹ ਜੋ ਪਾਤਸ਼ਾਹ ਪਰਮਾਤਮਾ ਹੈ ਉਹ ਅੰਤਰਜਾਮੀ ਹੈ। ਵੀਰਾਂ ਦਾਨਾ ਤੋਂ ਅੰਤਰਜਾਮੀ, ਵੀਰਾਂ ਤੋਂ ਭਾਵ ਪਾਤਸ਼ਾਹ। ਜੋ ਅਕਾਲ ਪੁਰਖ ਹੈ ਉਹ ਅੰਤਰਜਾਮੀ ਵੀ ਹੈ ਔਰ ਸਾਰਿਆਂ ਦਾ ਪਾਤਸ਼ਾਹ ਵੀ ਹੈ। ਤੇ ਮਹਾਰਾਜ ਕਹਿਣ ਲੱਗੇ ਦਿਲ ਸੋਚ, ਮੇਰੇ ਦਿਲ ਦੇ ਵਿੱਚ ਪਰਮਾਤਮਾ ਆਪ ਜੀ ਦੀ ਸੋਚ ਹਰ ਵੇਲੇ ਲੱਗੀ ਰਹਿੰਦੀ ਹੈ। ਭਾਵ ਕਿ ਮੈਂ ਦਿਲ ਦੇ ਵਿੱਚ ਹਰ ਵੇਲੇ ਆਪ ਜੀ ਨੂੰ ਯਾਦ ਕਰਦਾ ਰਹਿੰਦਾ ਹਾਂ। ਵੀਰਾਂ ਦਾਨਾ ਤੋਂ ਭਾਵ ਅੰਤਰਜਾਮੀ, ਅੰਤਰਜਾਮੀ ਪਾਤਸ਼ਾਹ ਮੈਂ ਆਪਣੇ ਦਿਲ ਦੇ ਵਿੱਚ ਤੈਨੂੰ ਹਰ ਵੇਲੇ ਚੇਤੇ ਕਰਦਾ ਰਹਿੰਦਾ। ਜਾਂ ਮੇਰੇ ਤੇ ਇਹ ਕਿਰਪਾ ਕਰੋ ਕਿ ਮੈਂ ਹਰ ਵੇਲੇ ਤੁਹਾਨੂੰ ਚੇਤੇ ਕਰਦਾ ਰਹਾਂ। मुहब्बते मन तन बसै, सच साबंदी मोच। ਐ ਸੱਚੇ ਸਾਹ ਮੁਹੱਬਤੇ, ਮੁਹੱਬਤ ਨਾਮ ਪ੍ਰੀਤ ਦਾ ਹੈ, ਪ੍ਰੇਮ ਦਾ ਹੈ। ਆਪ ਜੀ ਦੀ ਪ੍ਰੀਤੀ ਜਿਹੜੀ ਹੈ ਉਹ ਮੇਰੇ ਮਨ ਅਤੇ ਤਨ ਦੇ ਵਿੱਚ ਵਸ ਰਹੀ ਹੈ। ਤੁਹਾਡਾ ਪ੍ਰੇਮ ਮੇਰੇ ਮਨ ਤਨ ਵਿੱਚ ਵਸਿਆ ਹੋਇਆ ਹੈ। ਤੇ ਆਪ ਜੀ ਐਸੇ ਸਮਰੱਥ ਹੋ ਬੰਦੀ ਮੋਚ। ਇਹ ਜਿਹੜੀਆਂ ਪ੍ਰਤੱਖ ਜੇਲਾਂ ਨੇ ਸਰਕਾਰ ਦੀਆਂ ਬਣਾਈਆਂ, ਲੋਕਾਂ ਦੀਆਂ ਬਣਾਈਆਂ, ਇਹਨਾਂ ਜੇਲਾਂ ਵਿੱਚੋਂ ਵੀ ਆਪ ਜੀ ਮੁਕਤ ਕਰਨ ਵਾਲੇ, ਬੰਧਨਾਂ ਤੋਂ ਛੁਡਾਉਣ ਵਾਲੇ। ਜਿਵੇਂ ਬਾਬਰ ਬਾਦਸ਼ਾਹ ਦੀ ਕੈਦ ਵਿੱਚੋਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੈਦੀਆਂ ਨੂੰ ਛੁਡਵਾ ਲਿਆ, ਜਿਵੇਂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛੁਡਵਾਇਆ, ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਨੇ 19 ਸਿਤਾਰੇ ਦੀ ਜੇਲ੍ਹ ਵਿੱਚੋਂ ਬਾਲਾ ਰਾਓ ਤੇ ਗੁਰੂ ਰਾਏ ਨੂੰ ਛੁਡਾਇਆ। ਸਤਿਗੁਰੂ ਪ੍ਰਤੱਖ ਜਿਹੜੀਆਂ ਜੇਲ੍ਹਾਂ ਨੇ, ਇਹਨਾਂ ਜੇਲ੍ਹਾਂ ਵਿੱਚੋਂ ਆਪ ਜੀ ਛੁਡਾਉਣ ਦੀ ਸਮਰੱਥਾ ਰੱਖਦੇ ਹੋ। ਜੇ ਕੋਈ ਤੁਹਾਨੂੰ ਯਾਦ ਕਰਦਾ ਤੇ ਉਸ ਨੂੰ ਜੇਲ੍ਹ ਵਿੱਚੋਂ ਵੀ ਮੁਕਤ ਕਰ ਦਿੰਦੇ, ਫਿਰ ਬਖਸ਼ਿਸ਼ ਕਰਦੇ ਹਨ। ਮੁਹੱਬਤੇ ਮਨ ਤਨ ਬਸੈ, ਸੱਚ ਸਾਬੰਦੀ ਮੋਚ। ਜਿਨ੍ਹਾਂ ਦੇ ਮਨ ਤਨ ਵਿੱਚ
ਦੇ ਵਿੱਚ ਮੋਹ ਕਰਕੇ ਜਨਮ ਮਿਲਿਆ, ਸਾਨੂੰ ਸੰਸਾਰ ਵਿੱਚ ਹੰਕਾਰ ਕਰਕੇ ਜਨਮ ਮਿਲਿਆ। ਸਤਿਗੁਰੂ ਕਿਰਪਾ ਕਰਦੇ ਹਨ, ਹੰਕਾਰ ਦਾ ਬੰਧਨ ਵੀ ਤੋੜ ਦਿੰਦੇ, ਮੋਹ ਦਾ ਬੰਧਨ ਵੀ ਤੋੜ ਦਿੰਦੇ। ਸੰਸਾਰ ਵਿੱਚ ਵਾਰ-ਵਾਰ ਜਨਮ ਲੈ ਕੇ ਜੋ ਹੋਣਾ ਹੈ, ਇਹ ਵੀ ਬੰਧਨ ਵਾਰ ਆਈ ਤੋੜਦੇ ਨੇ, ਫਿਰ ਬਖਸ਼ਿਸ਼ ਕਰਦੇ ਹਨ। ਮੁਹੱਬਤੇ ਮਨ ਤਨ ਬਸਾ, ਸੱਚ ਸਾਹ ਬੰਦੀ ਮੋਚ। ਇਹਨਾਂ ਦੇ ਅੰਦਰ ਤੁਹਾਡੀ ਮੁਹੱਬਤ ਵਸੀ ਹੈ। ਸਤਿਗੁਰੂ ਪਾਤਸ਼ਾਹ ਉਹਨਾਂ ਦੀ ਮੋਹ ਰੂਪੀ ਬੇੜੀ ਆਪ ਜੀ ਕੱਢ ਦਿੰਦੇ ਹੋ, ਜਿਵੇਂ ਲੋਹਾਰ ਸ਼ੈਣੀ ਝੋਲੀ ਦੇ ਨਾਲ ਅੰਦਰ ਨੂੰ ਕੱਢ ਦਿੰਦਾ ਹੈ। ਐਸੇ ਤਰ੍ਹਾਂ ਮਹਾਰਾਜ ਜਿਨ੍ਹਾਂ ਨੂੰ ਮੋਹ ਦੀ ਬੇੜੀ ਪਈ ਹੈ ਨਾ, ਮੋਹ ਦੇ ਵਿੱਚ ਫਸੇ ਹੋਏ। ਆਪਾਂ ਇੱਕ ਸਾਥੀ ਸਰਵਨ ਕਰਦੇ ਨਾ, ਇੱਕ ਬੁੱਢਾ ਬਜ਼ੁਰਗ ਦੀ ਚੜ੍ਹਾਈ ਕਰ ਗਿਆ, ਬਾਅਦ ਵਿੱਚ ਬਲਦ ਬਣ ਕੇ ਉਸੇ ਘਰ ਵਿੱਚ ਪੈਦਾ ਹੋ ਗਿਆ। ਬਲਦ ਦੀ ਜੂਨ ਤੋਂ ਮੁੱਕਿਆ, ਫਿਰ ਕੁੱਤਾ ਬਣ ਕੇ ਪੈਦਾ ਹੋ ਗਿਆ। ਵਾਰ-ਵਾਰ ਉਸੇ ਘਰ ਵਿੱਚ ਹੀ ਜਨਮ ਲੈਂਦਾ ਹੈ ਕਿ ਇਹ ਮੇਰੇ ਬਿਨਾਂ ਤੇ ਘਰ ਚੱਲਣਾ ਨਹੀਂ ਹੈ। ਮਹਾਰਾਜ ਕਹਿਣ ਲੱਗੇ ਕਿ ਇਹ ਮੋਹ ਦਾ ਬੰਧਨ ਹੈ, ਪਰ ਇਸ ਮੋਹ ਦੇ ਬੰਧਨ ਨੂੰ ਦੂਰ ਕਰ ਦਿੰਦੇ, ਕਿਰਪਾ ਕਰਦੇ ਹਨ। ਰਹਾਉ ਦੀਦਨੇ ਦੀਦਾਰ ਸਾਹਿਬ, ਜਿਨ੍ਹਾਂ ਨੇ ਦੀਦਨੇ ਅੱਖਾਂ ਦੇ ਨਾਲ, ਦੀਦਨੇ ਅੱਖਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਦੀਦਨੇ ਕਹੀਏ ਅੱਖਾਂ ਦੇ ਨਾਲ ਪਰਮਾਤਮਾ ਦੇ ਦੀਦਾਰ, ਦੀਦਨੇ ਕਹੀਏ ਪ੍ਰਾਪਤ ਕੀਤੇ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਪਰਮਾਤਮਾ ਦੇ ਦਰਸ਼ਨ ਪ੍ਰਾਪਤ ਕਰ ਲਏ, ਤੇ ਸਤਿਗੁਰੂ ਕਹਿਣ ਲੱਗੇ ਕਛ ਨਹੀਂ ਇਸਕਾ ਮੋਲ। ਇਹਦਾ ਕੋਈ ਮੁੱਲ ਨਹੀਂ ਦੇ ਸਕਦਾ, ਗੁਰੂ ਦੇ ਦਰਸ਼ਨਾਂ ਦਾ ਮੁੱਲ ਕੋਈ ਨਹੀਂ। ਅਰੇ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਉਹ ਪਰਮਾਤਮਾ ਮੁੱਲ ਤੋਂ ਰਹਿਤ ਹੈ। ਬਾਣੀ ਤੁਸੀਂ ਜਿਹੜੀ ਕੰਨਾਂ ਵਿੱਚ ਸੁਣਦੇ ਪਏ ਹੋ, ਇਹਦਾ ਤੁਸੀਂ ਮੁੱਲ ਨਹੀਂ ਦੇ ਸਕਦੇ। ਸੁਣੀ ਹੋਈ ਬਾਣੀ ਕੰਨਾਂ ਵਿੱਚ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਜਿਹੜੀ ਬਾਣੀ ਪੜ੍ਹਦੇ ਪਏ ਹੋ, ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਜਿਹੜੇ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਦੇ ਪਏ ਆ, ਇਹ ਦਰਸ਼ਨਾਂ ਦਾ ਮੁੱਲ ਵੀ ਨਹੀਂ ਦਿੱਤਾ ਜਾ ਸਕਦਾ। ਉਹ ਪਰਮਾਤਮਾ ਅਮੁੱਲਕ ਹੈ, ਮੁੱਲ ਤੋਂ ਰਹਿਤ ਹੈ, ਮੁੱਲ ਦਾ ਕੋਈ ਪਾ ਹੀ ਨਹੀਂ ਸਕਿਆ। ਮਹਾਰਾਜ ਬਖਸ਼ਿਸ਼ ਕਰਦੇ ਦੀਦਨੇ ਦੀਦਾਰ ਸਾਹਿਬ, ਜਿਨ੍ਹਾਂ ਨੇ ਆਪਣੇ ਨੇਤਰਾਂ ਦੇ ਨਾਲ ਇਹ ਪਰਮਾਤਮਾ ਤੇਰੇ ਦੀਦਾਰ ਕਰ ਲਿਆ, ਦਰਸ਼ਨ ਕਰ ਲਏ। ਇਹਨਾਂ ਦਰਸ਼ਨਾਂ ਦਾ ਕੋਈ ਮੁੱਲ, ਕੋਈ ਕੀਮਤ ਨਹੀਂ ਹੈ। ਐਸੇ ਅਮੁੱਲਕ ਆਪ ਦੀ ਦਰਸ਼ਨ ਵਾਕ ਪਰਵਦਗਾਰ ਤੂੰ, ਖੁਦ ਖਸਮ ਵੱਡਾ ਅਤੋਲ। ਪਰਮਾਤਮਾ ਆਪ ਜੀ ਪਾਕ ਕਹੀਏ ਪਵਿੱਤਰ, ਰੱਬ ਵਰਗੀ ਕੋਈ ਚੀਜ਼ ਪਵਿੱਤਰ ਨਹੀਂ ਹੈ। ਰੱਬ ਸਭ ਤੋਂ ਪਵਿੱਤਰ ਹੈ ਪਰਮਾਤਮਾ। ਜਿਹੜੇ ਉਹਦਾ ਨਾਮ ਜਪ ਲੈਂਦੇ ਉਹ ਆਪ ਵੀ ਪਵਿੱਤਰ ਹੋ ਜਾਂਦੇ। ਪਰ ਇਹ ਮਨ ਪਾਪਾਂ ਕੇ ਸੰਗ ਕੋ ਧੋਪੈ, ਸਾਡੀ ਮਤ ਮੈਲ ਨਾਲ ਭਰੀ ਹੈ। ਪਰ ਨਾਮ ਇੱਕ ਇਹੋ ਜਿਹਾ ਜਿਹੜਾ ਜਪਦਾ ਉਹ ਪਵਿੱਤਰ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਕ ਤੋਂ ਭਾਵ ਪਵਿੱਤਰ, ਉਹ ਪਵਿੱਤਰ ਹੈ। ਜਿਵੇਂ ਸਾਡਾ ਗੁਆਂਢੀ ਮੁਲਕ ਹੈ ਨਾ, ਜਿਸ ਨੂੰ ਕਹਿੰਦੇ ਪਾਕਿਸਤਾਨ, ਪਾਕਿਸਤਾਨ ਤੋਂ ਭਾਵ ਪਾਕ ਨਾਮ ਪਵਿੱਤਰ ਦਾ, ਤੇ ਸਥਾਨ ਨਾਮ ਜਗ੍ਹਾ ਦਾ, ਜਿਹੜੀ ਪਵਿੱਤਰ ਜਗ੍ਹਾ। ਮੁਸਲਮਾਨਾਂ ਨੇ ਉਸ ਨੂੰ ਪਵਿੱਤਰ ਐਲਾਨਿਆ ਵੀ ਇੱਥੇ ਮੁਸਲਮਾਨ ਕੌਮ ਰਹਿੰਦੀ ਹੈ ਤੇ ਉਹ ਨਮਾਜ਼ ਪੜ੍ਹਦੇ, ਸਾਡਾ ਦੇਸ਼ ਸਭ ਤੋਂ ਪਵਿੱਤਰ ਹੈ। ਪਾਕ ਤੋਂ ਭਾਵ ਹੁੰਦਾ ਪਵਿੱਤਰ। ਕਹਿਣ ਲੱਗੇ ਪਰਮਾਤਮਾ ਤੋਂ ਪਵਿੱਤਰ ਹੈ ਤੇ ਪਰਵਤਗਾਰ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਕੀੜਿਆਂ ਮਕੌੜਿਆਂ ਦੀ, ਪਸ਼ੂ ਪੰਛੀਆਂ ਦੀ, ਮਨੁੱਖਾਂ ਦੀ, ਸਾਰਿਆਂ ਦੀ ਪਾਲਣਾ ਕਰਦਾ ਹੈ। ਅਤੇ ਖੁਦ ਖਸਮ, ਆਪ ਜੀ ਖੁਦ ਮਾਲਕ ਹੋ, ਤੇ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਨਾਪਿਆ ਨਹੀਂ ਜਾ ਸਕਦਾ। ਆਪ ਵੱਡੇ ਹੋ, ਆਪ ਅਤੁੱਟ ਸਮਰੱਥ ਹੋ। ਦਸਤਗੀਰੀ ਤੇ ਦਿਲਾਵਰ, ਤੂੰ ਹੀ ਏਕ। ਬਖਸ਼ਿਸ਼ ਕਰਦੇ ਗੁਰੂ ਕੋ ਦਿਲਾਵਰ ਤੋਂ ਭਾਵ ਹੁੰਦਾ ਬਹਾਦਰ ਹੈ। ਪਰਮਾਤਮਾ ਤੂੰ ਬੜਾ ਬਹਾਦਰ ਹੈ। 10 ਨਾਮ ਹੱਥਾਂ ਦਾ, ਸਾਡੇ ਹੱਥਾਂ ਨੂੰ ਗਿਰੀ ਕਹੀਏ ਫੜ ਲੈਣਾ ਕਰ। ਜਿਵੇਂ ਕੋਈ ਬੰਦਾ ਰਸਤੇ ਤੇ ਚੱਲਣਾ ਨਾ ਜਾਣਦਾ ਹੋਵੇ ਤੇ ਉਹਦਾ ਹੱਥ ਫੜ ਕੇ ਉਹਨੂੰ ਰਸਤੇ ਤੇ ਤੁਰਿਆ ਜਾ ਸਕਦਾ। ਪਰਮਾਤਮਾ ਤੁਸੀਂ ਬੜੇ ਵੱਡੇ ਬਹਾਦਰ ਸੂਰਮੇ ਹੋ। ਇਹ ਸਾਡਾ ਹੱਥ ਆਪ ਜੀ ਗਿਰੀ ਕਹੀਏ ਫੜ ਲੈਣਾ ਕਰੋ। ਸਾਡਾ ਹੱਥ ਜਿਸ ਵੇਲੇ ਫੜੋਗੇ
ਤੇ ਫਿਰ ਉਸ ਵੇਲੇ ਤੋਹੀ ਤੋਹੀ ਏਕ ਸਾਰਿਆਂ ਥਾਵਾਂ ਤੇ ਤੁਸੀਂ ਹੀ ਹੋ। ਜਦੋਂ ਦੁਨੀਆ ਨਹੀਂ ਬਣੀ ਉਦੋਂ ਵੀ ਤੁਸੀਂ ਸੀ, ਹੁਣ ਵੀ ਹੋ, ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਹੀ ਹੋਵੋਗੇ। ਪਰ ਇਹ ਸਾਨੂੰ ਸਮਝ ਉਦੋਂ ਆਈ ਹੈ, ਇਹ ਗਿਆਨ ਉਦੋਂ ਮਿਲਿਆ ਜਦੋਂ ਤੁਸੀਂ ਸਾਡਾ ਹੱਥ ਫੜਿਆ, ਉਦੋਂ ਅਸੀਂ ਜਾਣ ਲਿਆ। ਦਸਤਗੀਰੀ ਦੇਹ ਦਿਲਾਵਰ ਹੈ ਬਹਾਦਰ ਪਰਮਾਤਮਾ, ਸਾਡੇ ਮਨ ਰੂਪੀ ਹੱਥ ਨੂੰ ਫੜ ਲੈਣਾ ਕਰ, ਕਿਉਂਕਿ ਸਾਰਿਆਂ ਕਾਮਾਂ ਤੇ ਤੁਸੀਂ ਆਪ ਹੀ ਹੋ, ਆਪ ਹੀ ਹੋ, ਆਪ ਹੀ ਹੋ। ਤੁਹਾਡੇ ਵਰਗਾ ਹੈ ਕੋਈ ਨਹੀਂ ਹੈ, ਐਸੇ ਆਪ ਜੀ ਸਮਰੱਥ ਹੋ। ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਕਰਤਾਰ ਅਕਾਲ ਪੁਰਖ, ਆਪ ਜੀ ਕੁਦਰਤ ਕਹੀਏ ਸ਼ਕਤੀ ਦੇ ਨਾਲ, ਅਕਾਲ ਪੁਰਖ ਤੁਸੀਂ ਸ਼ਕਤੀ ਦੇ ਨਾਲ ਖਾਲਕ ਕਰਨ, ਖਲਕਤ ਨੂੰ ਬਣਾਉਂਦੇ ਹੋ, ਦੁਨੀਆ ਨੂੰ ਬਣਾਉਂਦੇ ਹੋ। ਮਹਾਰਾਜ ਜੀਆਂ ਦਾ ਬਚਨ ਹੈ, ਕੀਤਾ ਬਸਾਓ ਏਕੋ ਅਪਵਾਓ ਤਿਸਲੇ ਹੋਏ। ਪਰਮਾਤਮਾ ਨੇ ਬਣਾਉਣ ਲੱਗਿਆ ਬੜਾ ਟਾਈਮ ਨਹੀਂ ਲਾਇਆ। ਮੁਸਲਮਾਨ ਧਾਰਮਿਕ ਗ੍ਰੰਥ ਕਹਿੰਦਾ ਕਿ ਰੱਬ ਨੂੰ ਦੁਨੀਆ ਨੂੰ ਬਣਾਉਂਦਿਆਂ ਨੂੰ ਕਈ ਦਿਨ ਲੱਗ ਗਿਆ, ਤੇ ਫਿਰ ਥੱਕ ਕੇ ਤੇ ਉਹ ਸੌਂ ਗਿਆ ਖੁਦਾ। ਚਲੋ ਮੰਨ ਲਈਏ ਉਹਨਾਂ ਦਾ ਖੁਦਾ ਕਈ ਦਿਨਾਂ ਵਿੱਚ ਸ੍ਰਿਸ਼ਟੀ ਬਣਾਉਂਦਾ, ਫਿਰ ਥੱਕ ਵੀ ਜਾਂਦਾ, ਫਿਰ ਸੌਂ ਵੀ ਜਾਂਦਾ ਹੈ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਯਾਦ ਕਾ ਹੈ ਦੇਵ। ਤੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਕਹਿਣ ਲੱਗੇ, ਕੀਤਾ ਬਸਾਓ ਏਕੋ ਅਪਵਾਓ ਤਿਸਲੇ ਹੋਏ। ਉਹਨੂੰ ਬਹੁਤਾ ਟਾਈਮ ਨਹੀਂ ਲੱਗਿਆ, ਉਹਨੇ ਇੱਕੋ ਸ਼ਬਦ ਮੂੰਹ ਕਿਹਾ ਕਿ ਸਾਰੀ ਸ੍ਰਿਸ਼ਟੀ ਬਣ ਗਈ ਹੈ। ਨਾ ਉਹ ਥੱਕਿਆ, ਨਾ ਉਹ ਅੱਕਿਆ, ਨਾ ਉਹ ਸੌਂਦਾ ਹੈ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਲਾਮ ਹੈ। ਮਹਾਰਾਜ ਕਹਿਣ ਲੱਗੇ, ਕਰਤਾਰ ਅਕਾਲ ਪੁਰਖ, ਆਪ ਜੀ ਆਪਣੀ ਕੁਦਰਤ ਸ਼ਕਤੀ ਦੇ ਨਾਲ ਖਾਲਕ ਕਰਨ, ਜਿਹੜੀ ਖਲਕਤ ਹੈ ਉਸ ਨੂੰ ਬਣਾਉਂਦੇ ਹੋ। ਨਾਨਕ ਤੇਰੀ ਟੇਕ, ਸਾਨੂੰ ਇੱਕ ਆਪ ਜੀ ਦਾ ਹੀ ਭਰੋਸਾ ਹੈ, ਅਸੀਂ ਕੇਵਲ ਆਪ ਜੀ ਦੇ ਆਸਰੇ ਹਾਂ। ਲੰਗ ਮਹਲਾ ਪਹਿਲਾ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ਬਦ ਇੱਥੋਂ ਪ੍ਰਾਰੰਭ ਹੋ ਰਿਹਾ ਹੈ। ਘਰ ਦੂਜੇ ਦੇ ਅੰਦਰ ਗਾਉਣ ਦਾ ਹੁਕਮ ਹੈ। ਓੰਕਾਰ ਪਰਮਾਤਮਾ ਦਾ ਇੱਕ ਨਾਮ ਹੈ, ਉਹ ਪਰਮਾਤਮਾ ਇੱਕ ਹੈ। ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਨਾਲ ਹੁੰਦੀ ਹੈ। ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ। ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਦੁਨੀਆ ਕੌਣ ਬਣਾਉਂਦਾ ਹੈ, ਦੁਨੀਆ ਨੂੰ ਕੌਣ ਪਾਲਦਾ ਹੈ, ਤੇ ਫਿਰ ਇਸ ਦੁਨੀਆ ਨੂੰ ਨਸ਼ਟ ਕੌਣ ਕਰਦਾ ਹੈ, ਆਪ ਦੀ ਕਿਰਪਾ ਕਰਕੇ ਦੱਸੋ। ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਜਿਨ ਕੀਆ ਤਿਨ ਦੇਖਿਆ। ਮਹਾਰਾਜ ਕਹਿਣ ਲੱਗੇ, ਉਸ ਪਰਮਾਤਮਾ ਨੇ ਭਾਈ ਇਹ ਦੁਨੀਆ ਬਣਾਈ ਹੈ। ਜਿਨ ਕੀਆ, ਜਿਹਨੇ ਇਹ ਪੈਦਾ ਕੀਤੀ ਹੈ। ਤਿਨ ਦੇਖਿਆ, ਉਸ ਪਰਮਾਤਮਾ ਨੇ ਹੀ ਸਾਰੀ ਦੁਨੀਆ ਨੂੰ ਪਾਲਿਆ। ਇੱਥੇ ਦੇਖਿਆ ਦਾ ਅਰਥ ਪਾਲਿਆ ਲੱਗੇਗਾ। ਜਿਹਨੇ ਦੁਨੀਆ ਬਣਾਈ ਹੈ, ਬਣਾਉਣ ਵਾਲਾ ਵੀ ਉਹ ਹੈ ਤੇ ਪਾਲਣ ਵਾਲਾ ਵੀ ਉਹ ਹੈ। ਜਨਮ ਵੀ ਉਹ ਦਿੰਦਾ ਹੈ ਤੇ ਜਨਮ ਤੋਂ ਮਗਰੋਂ ਖੁਰਾਕ ਵੀ ਉਹ ਦਿੰਦਾ ਹੈ। ਦੇਣ ਵਾਲਾ ਵੀ ਆਪ ਹੈ, ਪਾਲਣ ਵਾਲਾ ਵੀ ਆਪ ਹੈ। ਕਿਆ ਕਹੀਏ ਰੇ ਭਾਈ। ਤੇ ਭਾਈ ਕੀ ਕਹੀਏ ਕਿ ਉਹਦੇ ਬਿਨਾ ਕੋਈ ਲੈਤਾ ਕਰਨ ਵਾਲਾ ਕੋਈ ਹੋਰ ਨਹੀਂ। ਇਹ ਨਹੀਂ ਕਿਹਾ ਜਾ ਸਕਦਾ। ਉਹ ਲੈਤਾ ਕਰਨ ਵਾਲਾ ਵੀ ਆਪ ਹੈ, ਜਨਮ ਦੇਣ ਵਾਲਾ, ਫਿਰ ਪਾਲਣ ਵਾਲਾ, ਫਿਰ ਮਾਰਨ ਵਾਲਾ, ਉਹ ਆਪ ਹੀ ਹੈ। ਮਾਰੇ ਰੱਖੈ ਇੱਕੋ ਆਪ। ਮਹਾਰਾਜ ਸੁਖਮਨੀ ਸਾਹਿਬ ਨੇ ਕਹਿੰਦੇ, ਮਾਰੇ ਮਾਰਨ ਵਾਲਾ ਤੇ ਰੱਖੈ ਰੱਖਣ ਵਾਲਾ। ਮਾਰੇ ਰੱਖੈ ਇੱਕੋ ਆਪ। ਜਨਮ ਵੀ ਉਹ ਦਿੰਦਾ, ਮੌਤ ਵੀ ਉਹਦੇ ਹੱਥ ਵਿੱਚ ਹੀ ਹੈ। ਜਿਨ ਕੀਆ ਤਿਨ ਦੇਖਿਆ, ਕਿ ਕਹੀਏ ਰੇ ਭਾਈ। ਜਿਸ ਪਰਮਾਤਮਾ ਨੇ ਦੁਨੀਆ ਬਣਾਈ ਹੈ, ਪਾਲਦਾ ਵੀ ਉਹ ਹੈ ਅਤੇ ਫਿਰ ਭਾਈ ਲੈਤਾ ਵੀ ਉਹ ਕਰਦਾ, ਉਹਦੇ ਬਿਨਾਂ ਕੋਈ ਦੂਜਾ ਨਹੀਂ ਹੈ। ਫਿਰ ਫਰਮਾਉਂਦੇ ਹਨ, ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ। ਭਾਈ ਜਿਨ ਕੀਆ, ਜਿਹਨੇ ਕੋਈ ਭਜਨ ਬੰਦਗੀ ਕੀਤੀ ਹੈ, ਜਿਹਨੇ ਕੋਈ ਤਪੱਸਿਆ ਕੀਤੀ ਹੈ, ਜਿਹਨੇ ਕੋਈ ਨਾਮ ਜਪਿਆ। ਤਿਨ ਦੇਖਿਆ, ਰੱਬ ਨੂੰ ਦੇਖਿਆ ਵੀ ਉਹਨੇ ਹੀ ਹੈ। ਜੋ ਆਪਾਂ ਆਖੀਏ ਨਾ ਵੀ ਮੈਂ ਕਰਾਂ ਕੁਝ ਨਾ,
ਨੀਚੇ ਤੋਂ ਮਿਲ ਜਾਵੇ। ਨਹੀਂ, ਮਹਾਰਾਜ ਕਹਿਣ ਲੱਗੇ ਜਿਨ ਕੀਆ, ਜਿਨ੍ਹਾਂ ਨੇ ਕੋਈ ਭਜਨ ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸਾਧਿਆ, ਜਿਨ੍ਹਾਂ ਨੇ ਨਾਮ ਜਪਿਆ, ਤਿਨ ਦੇਖਿਆ, ਰੱਬ ਦੇਖਿਆ ਵੀ ਉਹਨਾਂ ਨੇ ਹੈ। ਇਹ ਕਿਆ ਕਹੀਏ ਰੇ ਭਾਈ, ਇਹ ਭਾਈ ਜਿਨ੍ਹਾਂ ਨੇ ਦੇਖ ਲਿਆ ਉਹਨਾਂ ਦੀ ਉਪਮਾ ਦਾ ਕੀ ਕਹਿਣਾ ਕਰੀਏ। ਉਹਨਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇਹ ਭਾਈ ਬੰਦਗੀ ਤੋਂ ਬਿਨਾਂ, ਤਪ ਤੋਂ ਬਿਨਾਂ ਉਹ ਕਦੇ ਵੇਖਿਆ ਨਹੀਂ ਜਾਂਦਾ। ਉਹਨੂੰ ਵੇਖਣ ਵਾਸਤੇ ਬੰਦਗੀ ਦੀ ਲੋੜ ਹੈ। ਆਪੇ ਜਾਣੈ ਕਰੇ ਆਪ ਜਿਨ ਬਾੜੀ ਹੈ ਲਾਈ। ਇਸ ਪਰਮਾਤਮਾ ਨੇ ਇਸ ਸੰਸਾਰ ਨੂੰ ਵੀ ਬਗੀਚੀ ਲਾਈ ਹੈ। ਜਿਵੇਂ ਆਪਾਂ ਬਗੀਚਾ ਲਾਉਂਦੇ ਨਾ, ਫੁੱਲ ਲਾਉਂਦੇ ਨੇ, ਮਾਲੀ ਨੂੰ ਪਾਣੀ ਪਾਉਂਦਾ, ਉਹਦੀ ਰੱਖਿਆ ਕਰਦਾ। ਫਿਰ ਜਿਹੜੇ ਫੁੱਲ ਸੁੱਕ ਜਾਂਦੇ ਉਹਨਾਂ ਨੂੰ ਕੱਟ ਵੀ ਉਹ ਦਿੰਦਾ ਹੈ। ਇਹ ਜਿਹੜਾ ਸੰਸਾਰ ਹੈ ਉਹ ਬਗੀਚਾ ਹੀ ਹੈ, ਪਰਮਾਤਮਾ ਨੇ ਲਾਇਆ ਹੋਇਆ। ਤੇ ਆਪ ਉਹ ਮਾਲੀ ਹੈ ਇਸ ਬਗੀਚੇ ਨੂੰ ਪਾਣੀ ਦੇਣ ਵਾਲਾ, ਵਧਾਉਣ ਵਾਲਾ, ਤੇ ਫਿਰ ਇਹਨੂੰ ਕੱਟਣ ਵਾਲਾ ਵੀ ਉਹ ਆਪ ਹੀ ਹੈ। ਜਿਨ ਵਾਣੀ ਹੈ ਲਾਈ, ਜਿਹਨੇ ਸੰਸਾਰ ਦੀ ਬਗੀਚੀ ਲਾਈ ਹੈ, ਆਪੇ ਜਾਣੈ ਕਰੇ ਆਪ। ਉਹ ਇਹਦੀ ਪਾਲਣਾ ਕਰਨੀ ਵੀ ਆਪ ਜਾਣਦਾ ਹੈ, ਇਹਨੂੰ ਲਾਉਣਾ ਵੀ ਆਪ ਜਾਣਦਾ ਹੈ, ਤੇ ਫਿਰ ਇਹਦੀ ਲੈਤਾ ਕਰੀਏ ਸਮਾਪਤੀ ਕਰਨੀ ਵੀ ਆਪ ਜਾਣਦਾ ਹੈ। ਰਾਇਸਾ ਪਿਆਰੇ ਕਾ ਰਾਇਸਾ। ਰਾਇਸਾ ਤੋਂ ਭਾਵ ਹੁੰਦਾ ਗੁਰਮੁਖ ਉਚਾਰਨ ਕਰਨਾ। ਸਤਿਗੁਰੂ ਕਹਿਣ ਲੱਗੇ ਉਸ ਪਿਆਰੇ ਦਾ ਨਾਮ ਉਚਾਰਨ ਕਰ, ਉਸ ਪਿਆਰੇ ਦਾ ਨਾਮ ਉਚਾਰਨ ਕਰ। ਉਹ ਜੋ ਪਿਆਰਾ ਪਰਮਾਤਮਾ ਹੈ, ਗੁਰੂ ਕਿਆ ਸਿੱਖਾ ਉਹਦੇ ਨਾਮ ਨੂੰ ਵਾਰ-ਵਾਰ ਉਚਾਰਨਾ ਕਰ। ਜਿਤ ਸਦਾ ਸੁਖ ਹੋਈ। ਇਸ ਦਾ ਨਾਮ ਜਪ ਕੇ ਸਦਾ ਸੁਖ ਹੁੰਦਾ, ਕਦੇ ਦੁੱਖ ਨਹੀਂ ਹੁੰਦਾ ਹੈ। ਨਾਮ ਇੱਕ ਇਹੋ ਜਿਹਾ ਹੈ ਜਿਹੜਾ ਕਦੇ ਦੁੱਖ ਨਹੀਂ ਦਿੰਦਾ ਹੈ। ਕਹਿਣ ਲੱਗੇ ਨਾਮ ਜਪੇਗਾ ਸਦਾ ਸੁਖ ਮਿਲੇਗਾ। ਫਿਰ ਫਰਮਾਉਂਦੇ ਹਨ ਰਾਇਸਾ ਪਿਆਰੇ ਕਾ ਰਾਇਸਾ। ਗੁਰੂ ਕਹਿਣ ਲੱਗੇ ਉਹ ਪਰਮਾਤਮਾ ਭਾਈ ਪਿੱਛੇ ਵੀ ਸੀ, ਉਹ ਪਰਮਾਤਮਾ ਹੁਣ ਵੀ ਹੈ, ਉਹ ਪਰਮਾਤਮਾ ਅੱਗੇ ਵੀ ਹੋਵੇਗਾ। ਉਸ ਨੂੰ ਜਪਣ ਕਰਕੇ ਸਦਾ ਸੁਖ ਹੁੰਦਾ ਹੈ। ਫਿਰ ਫਰਮਾਉਂਦੇ ਹਨ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ। ਉਸ ਪਰਮਾਤਮਾ ਨੂੰ ਮਨ ਕਰਕੇ ਯਾਦ ਕਰ, ਉਸ ਪਰਮਾਤਮਾ ਨੂੰ ਸਰੀਰ ਕਰਕੇ ਯਾਦ ਕਰ, ਉਸ ਪਰਮਾਤਮਾ ਨੂੰ ਬਾਣੀ ਕਰਕੇ ਯਾਦ ਕਰੇਗਾ, ਤੈਨੂੰ ਸਦਾ ਵਾਸਤੇ ਸੁਖ ਮਿਲੇਗਾ। ਫਿਰ ਬਖਸ਼ਿਸ਼ ਕਰਦੇ ਹਨ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੇ ਉਸ ਪਿਆਰੇ ਪਰਮਾਤਮਾ ਦੇ ਨਾਮ ਨੂੰ ਉਚਾਰਿਆ ਹੈ। ਤੇ ਦੂਜਾ ਬਚਨ ਮਹਾਰਾਜ ਲਿਖਿਆ ਕਾਰਾਇਸਾ, ਕੱਕਾ ਨਾਲ ਲਾ ਦਈਏ। ਕਾਰਾਇਸਾ ਤੋਂ ਭਾਵ ਇਹ ਹੁੰਦਾ ਵੀ ਜਿਹੜਾ ਦੂਜੇ ਕੋਲੋਂ ਉਚਰਵਾਇਆ ਹੈ। ਮੰਨ ਲਓ ਕਿ ਮੈਂ ਨਾਮ ਜਪਦਾ ਤੇ ਤੁਹਾਨੂੰ ਕਹਾਂ ਕਿ ਚਲੋ ਤੁਸੀਂ ਵੀ ਨਾਮ ਜਪੋ। ਜਿਨ੍ਹਾਂ ਨੇ ਆਪ ਨਾਮ ਜਪਿਆ, ਜਿਹੜੇ ਦੂਜੇ ਨੂੰ ਨਾਮ ਜਪਾਉਂਦੇ ਨੇ ਪ੍ਰੇਰਿਤ ਕਿ ਆ ਚੱਲ ਭਾਈ ਤੈਨੂੰ ਗੁਰੂ ਘਰ ਲੈ ਕੇ ਚਲੀਏ, ਚੱਲ ਆਪਾਂ ਕਥਾ ਸੁਣ ਕੇ ਆਈਏ, ਕੀਰਤਨ ਸੁਣ ਕੇ ਆਈਏ, ਪਾਠ ਸੁਣ ਕੇ ਆਈਏ। ਜਿਹੜੇ ਦੂਜੇ ਨੂੰ ਪ੍ਰੇਰਿਤ ਕੇ ਵੀ ਆਪਣੇ ਨਾਲ ਜੋੜਦੇ ਨਾਮ ਜਪਣ ਵਾਸਤੇ, ਸਦਾ ਸੁਖ ਹੋਈ। ਜਪਣ ਵਾਲੇ ਨੂੰ ਤੇ ਜਪਾਉਣ ਵਾਲੇ ਨੂੰ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਰਾਉ ਜਿਨ ਰੰਗ ਕੰਤ ਨ ਰਾਵਿਆ ਸਾ ਪਛੋਰੇ ਤਾਣੀ। ਪਾਤਸ਼ਾਹ ਕਹਿਣ ਲੱਗੇ ਜਿਸ ਜੀਵ ਰੂਪ ਇਸਤਰੀ ਨੇ ਪਰਮਾਤਮਾ ਜੋ ਪਤੀ ਹੈ ਉਹਦੇ ਨਾਮ ਨੂੰ ਉਚਾਰਿਆ ਨਹੀਂ ਹੈ, ਉਹਦੇ ਨਾਮ ਨੂੰ ਜਪਿਆ ਨਹੀਂ ਹੈ, ਉਹਦੇ ਕੋਲ ਬਾਅਦ ਵਿੱਚ ਫਿਰ ਪਛਤਾਵਾ ਹੀ ਰਹਿ ਜਾਂਦਾ। ਐਸਾ ਕਾਮੂਲੇ ਨਾ ਕੀਚਿਆ ਜਿਤ ਅਰਥ ਕਛੋ ਸਾਈਏ। ਜਦੋਂ ਉਗਰਾ ਤੋਂ ਦੀ ਨਾ ਨਾਮ ਨਹੀਂ ਜਪਿਆ ਫਿਰ ਪਛਤਾਵਾ ਰਹਿ ਜਾਂਦਾ ਹੈ। ਪਾਤ ਪਿਛੋੜਾ ਸਿਰ ਧੁਣੈ ਜਬ ਰੈਣ ਵਿਹਾਣੀ। ਇਸ ਵੇਲੇ ਅਵਸਥਾ ਦੀ ਰਾਤ ਉਚੀਤ ਹੋਵੇ। ਜਿਵੇਂ ਮੰਨ ਲਓ ਰਾਤ ਨਿਕਲ ਜਾਂਦੀ, ਦਿਨ ਚੜ੍ਹਦਾ, ਸੂਰਜ ਚੜ੍ਹਦਾ। ਇਹ ਸਾਡੀ ਉਮਰਾਂ ਦੀ ਰਾਤ ਵਰਗੀ ਹੈ। ਤੇ ਜਦੋਂ ਰਾਤ ਵਰਗੀ ਉਮਰਾਂ ਬਤੀਤ ਹੋ ਗਈ ਤੇ ਕਾਲ ਦਾ ਚੜ੍ਹ ਗਿਆ ਸੂਰਜ। ਤੇ ਮਹਾਰਾਜ ਕਹਿੰਦੇ ਹੱਥ ਮਰੁੜਾ, ਫਿਰ ਹੱਥ ਮਲੇਗਾ ਇਹ ਜੀਵ। ਹੱਥ ਮਲਣ ਤੋਂ ਭਾਵ ਇਹ ਹੁੰਦਾ ਕਿ ਮੈਨੂੰ ਘਾਟਾ ਪੈ ਗਿਆ, ਮੈਂ ਕੁਝ ਕਰ ਨਹੀਂ ਸਕਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਉਮਰਾਂ ਲੰਘ ਗਈ ਨਾ ਫਿਰ ਹੱਥ ਮਲੇਗਾ ਕਿ ਮੈਂ ਤੇ ਬੰਦਗੀ ਨਹੀਂ ਕਰ ਸਕਿਆ, ਨਾਮ ਨਹੀਂ ਜਪ ਸਕਿਆ। ਤੇ ਪਾਤਸ਼ਾਹ ਕਹਿਣ ਲੱਗੇ ਸਿਰ ਧੁਣੈ, ਫਿਰ ਸਿਰ ਹਿਲਾਵੇਗਾ। ਨਹੀਂ ਹੈ ਕੁਝ
ਸੰਸਾਰ ਵਿੱਚ ਨਹੀਂ ਹੈ ਕੋਈ ਸੰਸਾਰ ਵਿੱਚ। ਜਦੋਂ ਵਿਅਕਤੀ ਬੁੱਢਾ ਹੋ ਜਾਂਦਾ ਤਾਂ ਬਹੁਤਾ ਬੁੱਢਾ ਹੋ ਜਾਵੇ, ਸਰੀਰ ਕਮਜ਼ੋਰ ਹੋ ਜਾਂਦਾ ਤੇ ਉਹਦਾ ਆਪਣੇ ਆਪ ਹੀ ਨਾ ਦੀ ਦਿਸ਼ਾ ਦੇ ਵਿੱਚ ਆਪੇ ਸਿਰ ਘੁੰਮਣ ਲੱਗ ਪੈਂਦਾ। ਜਿਵੇਂ ਆਪਾਂ ਕਿਸੇ ਨੂੰ ਨਾ ਕਰਦੇ ਤੇ ਸਿਰ ਘੁਮਾ ਦੇਦਾ, ਨਹੀਂ ਮੇਰੇ ਕੋਲ ਕੁਝ ਨਹੀਂ ਹੈ। ਜਦੋਂ ਕੋਈ ਬਹੁਤਾ ਬਜ਼ੁਰਗ ਹੋ ਜਾਵੇ ਉਹਦਾ ਸਿਰ ਹਰ ਵੇਲੇ ਇਸੇ ਤਰ੍ਹਾਂ ਹੀ ਘੁੰਮਦਾ ਰਹਿੰਦਾ। ਉਹ ਸਾਨੂੰ ਸਿੱਖਿਆ ਦੇ ਰਿਹਾ, ਭਾਈ ਮੈਂ ਕੁਝ ਨਹੀਂ ਕੱਢਿਆ ਸੰਸਾਰ ਵਿੱਚੋਂ, ਕੁਝ ਨਹੀਂ ਹੈ ਸੰਸਾਰ ਵਿੱਚ। ਸੋ ਮਹਾਰਾਜ ਕਹਿੰਦੇ ਉਸ ਵੇਲੇ ਸਿਰ ਧੁਨੇਗਾ, ਸਿਰ ਨੂੰ ਘੁਮਾਏਗਾ ਕਿ ਦੁਨੀਆ ਵਿੱਚ ਕੁਝ ਨਹੀਂ ਹੈ, ਪਰ ਉਸ ਵੇਲੇ ਪਛਤਾਵਾ ਹੀ ਕੋਲ ਰਹਿ ਜਾਣਾ ਹੈ। ਉਮਰਾਂ ਸਾਰੀ ਮੁੱਕ ਜਾਣੀ ਹੈ, ਰਾਤੀ ਕੋਈ ਹੋਣੀ ਨਹੀਂ ਹੈ। ਜਬ ਰਹਿਣ ਵਿਹਾਣੀ, ਜਦੋਂ ਅਵਸਥਾ ਰੂਪੀ ਰਾਤ ਲੰਘ ਗਈ ਫਿਰ ਪਛਤਾਵਾ ਕੋਲ ਰਹੇਗਾ, ਹੱਥ ਮਲਦਾ ਰਹੇਗਾ, ਰਾਤੀ ਕੋਈ ਨਹੀਂ ਹੈ। ਪਛਤਾਵਾ ਨਾ ਮਿਲੇ ਜਬ ਚੁਕੇਗੀ ਸਾਰੀ। ਉਹ ਜਦੋਂ ਸਾਰੀ ਉਮਰਾਂ ਲੰਘ ਗਈ ਫਿਰ ਪਛਤਾਵਾ ਕਰਕੇ ਕੀ ਮਿਲੇਗਾ? ਪਛਤਾਵਾ ਕਰਨ ਤੋਂ ਪਹਿਲਾਂ ਉਹ ਸਮਾਂ ਯਾਦ ਕਰ। ਫਿਰ ਪਛਤਾਇਆ ਕਿਆ ਕਰੇ ਜਦ ਚਿੜੀਆ ਚੁਗੀ ਖੇਤ, ਮਤਲਬ ਕਿ ਉਹ ਖੇਤ ਵਿੱਚ ਬੀ ਪਾਇਆ ਤੇ ਬੀ ਪਾ ਕੇ ਉਹਦੇ ਉੱਪਰ ਸੁਹਾਗਾ ਨਾ ਮਾਰੀਏ, ਬੀ ਨੂੰ ਢੱਕੀਏ ਨਾ ਮਿੱਟੀ ਦੇ ਨਾਲ, ਆਖੀਏ ਵੀ ਕੋਈ ਗੱਲ ਨਹੀਂ। ਅਗਲੇ ਦਿਨ ਚਿੜੀਆਂ ਪਈਆਂ ਸਾਰਾ ਬੀ ਚੁਗ ਗਈਆਂ। ਹੁਣ ਪਛਤਾਉਂਦਾ ਪਿਆ ਵੀ ਜੇ ਮੈਂ ਸੁਹਾਗਾ ਮਾਰ ਲੈਂਦਾ ਕਿ ਮੇਰਾ ਬੀ ਬਚ ਜਾਣਾ ਸੀ, ਮੇਰੀ ਫਸਲ ਬਚ ਜਾਣੀ। ਪਰ ਹੁਣ ਪਛਤਾਉਂਦਾ ਫਾਇਦਾ ਨਹੀਂ ਨੇ, ਹੁਣ ਤੇ ਜੋ ਨਾ ਹੋ ਗਿਆ। ਮਹਾਰਾਜ ਕਹਿੰਦੇ ਕਿ ਜਦੋਂ ਸਾਰੀ ਉਮਰਾਂ ਬਤੀਤ ਹੋ ਗਈ ਨਾ ਫਿਰ ਪਛਤਾਵੇਗਾ। ਜੇ ਮੈਂ ਬਚਪਨ ਚ ਨਾਮ ਜਪ ਲੈਂਦਾ, ਬਾਣੀ ਪੜ੍ਹ ਲੈਂਦਾ, ਜੇ ਮੈਂ ਜਵਾਨੀ ਵਿੱਚ ਰੱਬ ਦੀ ਬੰਦਗੀ ਕਰ ਲੈਂਦਾ, ਪਰ ਨਾ ਹੁਣ ਬਚਪਨ ਦੁਬਾਰਾ ਆਉਣਾ ਨਾ ਜਵਾਨੀ ਦੁਬਾਰਾ ਆਉਣੀ। ਜਦੋਂ ਬੰਦਾ ਬਹੁਤਾ ਬੁੱਢਾ ਹੋ ਜਾਂਦਾ ਨਾ, ਘਰੋਂ ਬਾਹਰ ਫਿਰ ਗਾਲਾਂ ਪੈਂਦੀਆਂ, ਪੁੱਤਰ ਸਿਆਣਦੇ ਨਹੀਂ, ਜ਼ਮੀਨ ਜਾਇਦਾਦ ਘਰ ਬਾਰ ਤੇ ਕਬਜ਼ਾ ਕਰ ਲੈਂਦੇ। ਫਿਰ ਉਸ ਵੇਲੇ ਪਛਤਾਉਂਦਾ ਹੈ ਕਿ ਮੈਂ ਇਹਨਾਂ ਵਾਸਤੇ ਦਿਨੇ ਰਾਤ ਭੱਜਿਆ, ਰੱਬ ਨੂੰ ਚੇਤੇ ਨਹੀਂ ਕੀਤਾ। ਇਹੋ ਹੀ ਮੈਂ ਜੇ ਕਿਤੇ ਰੱਬ ਨੂੰ ਚੇਤੇ ਕਰ ਲੈਂਦਾ ਤੇ ਅੱਜ ਮੇਰੀ ਆਹ ਹਾਲਤ ਨਾ ਹੁੰਦੀ, ਮੈਂ ਆਪਣੇ ਵਾਸਤੇ ਕੁਝ ਕੱਟ ਲੈਂਦਾ, ਕੁਝ ਕਮਾ ਲੈਂਦਾ। ਪਰ ਮਹਾਰਾਜ ਕਹਿੰਦੇ ਵੀ ਉਸ ਵੇਲੇ ਤੇ ਉਮਰਾਂ ਲੰਘ ਚੁੱਕੀ ਹੋਵੇਗੀ ਨਾ, ਫਿਰ ਤੇ ਪਛਤਾਵਾ ਹੀ ਹੈ, ਕੁਝ ਪ੍ਰਾਪਤੀ ਨਹੀਂ ਹੈ। ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ। ਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਜਦੋਂ ਵਾਰੀ ਆਵੇਗੀ ਨਾ ਤੇਰੀ ਤੇ ਤਾਂ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਣਾ। ਮੰਨ ਲਓ ਕਿ ਸਾਡਾ ਆ ਮਨੁੱਖਾ ਜਨਮ ਐਂਡ ਤੇ ਚਲਾ ਜਾਵੇ ਤੇ ਸਾਡੇ ਕੋਲ ਪੂਰਾ ਨਾਮ ਬਚੇ, ਅਸੀਂ ਮਰਨ ਨੂੰ ਤਿਆਰ ਹੋਈਏ ਤੇ ਅਸੀਂ ਇਹ ਸੋਚੀਏ ਵੀ ਅੱਗੇ ਦੁਬਾਰਾ ਫਿਰ ਮਨੁੱਖਾ ਜਨਮ ਮਿਲੇਗਾ। 10 ਜਨਮਾਂ ਬਾਅਦ, 20 ਜਨਮਾਂ ਬਾਅਦ, 100 ਜਨਮ ਬਾਅਦ ਮੈਨੂੰ ਫਿਰ ਮਨੁੱਖਾ ਜਨਮ ਮਿਲੇਗਾ, ਫਿਰ ਵਾਰੀ ਮਿਲੇਗੀ ਤੇ ਮੈਂ ਨਾਮ ਜਪ ਲਵਾਂਗਾ। ਸਤਿਗੁਰੂ ਕਹਿਣ ਲੱਗੇ ਨਹੀਂ, ਦੁਬਾਰਾ ਇਹ ਵਾਰੀ ਮਿਲਣੀ ਨਹੀਂ ਹੈ, ਦੁਬਾਰਾ ਮਨੁੱਖਾ ਜਨਮ ਮਿਲਣਾ ਹੀ ਨਹੀਂ। ਨਾ ਇਹ ਵਾਰੀ ਮਿਲਣੀ ਹੈ, ਨਾ ਇਹ ਜਨਮ ਮਿਲਣਾ ਹੈ। ਮਹਾਰਾਜ ਕਹਿਣ ਲੱਗੇ ਤਾਂ ਫਿਰ ਪਿਆਰਾ ਰਾਵੀਆ ਜਬ ਆਵੇਗੀ ਵਾਰੀ, ਜੇ ਦੁਬਾਰਾ ਵਾਰੀ ਆਵੇਗੀ ਤੇ ਤਾਂ ਹੀ ਨਾਮ ਜਪੇਗਾ, ਤੇ ਜੇ ਵਾਰੀ ਨਾ ਆਈ ਤੇ ਫਿਰ ਨਾਮ ਕਿਵੇਂ ਜਪੇਗਾ? ਤੇ ਵਾਰੀ ਆਉਣੀ ਨਹੀਂ। ਜਿਹੜਾ ਬੰਦਾ ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਬੰਦਗੀ ਨਹੀਂ ਕਰ ਸਕਿਆ, ਪਰਮਾਤਮਾ ਨੂੰ ਪਾ ਨਹੀਂ ਸਕਿਆ, ਜਾਂ ਇੰਨੀ ਕੁ ਬੰਦਗੀ ਨਹੀਂ ਕਰ ਸਕਿਆ ਵੀ ਦੁਬਾਰਾ ਮਨੁੱਖਾ ਜਨਮ ਹੀ ਮਿਲ ਜਾਵੇ, ਉਹ ਫਿਰ ਪਸ਼ੂ ਪੰਛੀਆਂ ਦੇ ਜਨਮ ਵਿੱਚ ਜਾ ਕੇ ਕਿਹੜੀ ਬੰਦਗੀ ਕਰੇਗਾ ਕਿ ਉਸ ਨੂੰ ਦੁਬਾਰਾ ਮਨੁੱਖਾ ਜਨਮ ਹੋ? ਮਹਾਰਾਜ ਕਹਿਣ ਲੱਗੇ ਨਹੀਂ, ਨਾ ਇਹ ਦੁਬਾਰਾ ਤੈਨੂੰ ਸਮਾਂ ਮਿਲਦਾ, ਨਾ ਇਹ ਵਾਰੀ ਮਿਲਦੀ, ਨਾ ਹੀ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਣਾ ਹੈ। ਕੰਤ ਲਿਆ ਸੁਹਾਗਣੀ ਮੈਂ ਤੇ ਵੱਧ ਵੀ ਇਹ। ਇਹਨਾਂ ਸੁਹਾਗਣਾ ਨੇ ਮੇਰੇ ਨਾਲੋਂ ਸ਼ੁਭ ਗੁਣ ਜਿਨ੍ਹਾਂ ਦੇ ਜ਼ਿਆਦੇ। ਸੁਹਾਗਣਾ ਉਹ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪਤੀ ਦੇ ਰੂਪ ਵਿੱਚ ਪਾਲਿਆ। ਜਿਹੜੀਆਂ ਜੀਵ ਰੂਪ ਸੁਹਾਗਣਾ ਨੇ, ਸੰਤਾਂ ਨੇ, ਮਹਾਤਮਾ ਨੇ, ਗੁਰਮੁਖਾਂ ਨੇ ਪਰਮਾਤਮਾ ਨੂੰ ਪਾਇਆ ਹੈ, ਉਹਨਾਂ ਨੇ ਪਾਇਆ ਤਾਂ ਹੈ ਕਿਉਂਕਿ ਉਹਨਾਂ ਦੇ ਵਿੱਚ ਮੇਰੇ ਨਾਲੋਂ ਜ਼ਿਆਦਾ ਸ਼ੁਭ ਗੁਣ ਨੇ। ਮੇਰੇ ਵਿੱਚ ਉਹ ਗੁਣ ਨਹੀਂ ਜਿਨ੍ਹਾਂ ਗੁਣਾਂ ਨਾਲ ਰੱਬ ਮਿਲਣਾ। ਮੇਰੇ ਤੋਂ ਵੀ ਕਈ ਵੱਧ ਬੈਠੇ ਗੁਰਮੁਖ ਭਗਤੀ ਵਾਲੇ, ਸਿਮਰਨ ਵਾਲੇ, ਬੰਦਗੀ ਵਾਲੇ, ਉਹਨਾਂ ਨੇ ਬੰਦਗੀ ਸਿਮਰਨ ਦੇ ਨਾਲ ਪਾਲਿਆ ਹੈ। ਜਾਏ ਪੁੱਛੋ ਸੁਹਾਗਣੀ, ਮਹਾਰਾਜ ਨੇ ਕਹਿਣ ਕੰਤ ਲਿਆ, ਉਹਨਾਂ ਮਹਾਤਮਾ ਨੇ ਕੰਤ ਪਰਮਾਤਮਾ ਨੂੰ ਪਾਇਆ ਜਿਨ੍ਹਾਂ ਦੇ ਕੋਲ ਮੇਰੇ ਨਾਲੋਂ ਜ਼ਿਆਦਾ ਸ਼ੁਭ ਗੁਣ ਹਨ।
से गुण मुझे न आवणी। ਉਹ ਗੁਣ ਮੇਰੇ ਵਿੱਚ ਨਹੀਂ। ਜਿਨ੍ਹਾਂ ਗੁਣਾਂ ਕਰਕੇ ਰੱਬ ਮਿਲਦਾ ਹੈ, ਸਤ, ਸੰਤੋਖ, ਦਇਆ, ਧਰਮ, ਜਾਤੋ, ਤਾਤੋ, ਬੰਦਗੀ, ਸੇਵਾ, ਸਿਮਰਨ, ਇਹ ਗੁਣ ਮੇਰੇ ਵਿੱਚ ਨਹੀਂ ਹਨ। ਕਹਿ ਜੀ ਦੋਸ਼ ਧਰੇ। ਮੈਂ ਇਹਨੂੰ ਦੋਸ਼ ਦੇਵਾਂ, ਜਿੱਥੇ ਗਲਤੀ ਆਪਣੀ ਹੋਵੇ ਤੇ ਬੰਦਾ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ। ਕਿਸੇ ਦੀ ਗਲਤੀ ਦੇ ਨਾਲ ਕੋਈ ਕੰਮ ਵਿਗੜ ਜਾਵੇ, ਆਪਾਂ ਉਹਦੇ ਗੱਲ ਪੈ ਜਾਈਏ, ਲੜਾਈ ਕਰੀ ਦੀ ਹੈ, ਤੂੰ ਇਹ ਕੰਮ ਹੋਗਾ ਰਿਹਾ, ਤੂੰ ਧਿਆਨ ਨਹੀਂ ਦਿੰਦਾ। ਪਰ ਜੇ ਕਿਤੇ ਆਪਣੀ ਗਲਤੀ ਨਾਲ ਕੰਮ ਵਿਗੜਦਾ ਹੈ, ਚੁੱਪ ਕਰਕੇ ਬਹਿ ਦਾ ਵੀ ਹੁਣ ਕੀ ਕਰਾਂ। ਮਹਾਰਾਜ ਕਹਿਣ ਲੱਗੇ ਵਚਨ ਇਹ ਹੈ ਵੀ ਤੇਰੀ ਉਮਰਾਂ ਤੇਰੀ ਗਲਤੀ ਨਾਲ ਖਰਾਬ ਹੋ ਰਹੀ ਹੈ, ਤੈਨੂੰ ਕੋਈ ਨਹੀਂ ਕਹਿ ਰਿਹਾ ਕਿ ਤੂੰ ਖਰਾਬ ਕਰ। ਪਰ ਜਦੋਂ ਆਪਣੀ ਗਲਤੀ ਦੇ ਨਾਲ ਹੀ ਕੰਮ ਖਰਾਬ ਕਰੇਗਾ ਤਾਂ ਫਿਰ ਦੋਸ਼ ਕਿਹਨੂੰ ਦੇਣਾ? ਫਿਰ ਕਿਸੇ ਨੂੰ ਦੋਸ਼ ਵੀ ਨਹੀਂ ਦੇ ਸਕਦਾ ਕਿ ਫਲਾਣੇ ਨੇ ਮੇਰਾ ਕੰਮ ਵਿਗਾੜਿਆ। ਆਪਣੀ ਗਲਤੀ ਦਾ ਖਮਿਆਜ਼ਾ ਵੀ ਆਪੇ ਭੁਗਤਣਾ ਪੈਣਾ ਹੈ। ਮਹਾਰਾਜ ਕਹਿ ਲੱਗੇ ਸੇ ਗੁਣ ਮੁਝੇ ਨਾ ਆਪਣੀ। ਹੁਣ ਕੋਈ ਬੰਦਾ ਚੰਗਾ ਗੁਣ ਦੇਣਾ ਚਾਹੇ, ਅਗਲਾ ਬੰਦਾ ਉਹ ਗੁਣ ਲਵੇ ਹੀ ਨਾ, ਤੇ ਫਿਰ ਦੋਸ਼ ਕਿਹਨੂੰ ਦੇਵੇਗਾ? ਗੁਣ ਦੇਣ ਵਾਲੇ ਨੂੰ ਨਹੀਂ। ਗੁਣ ਦੇਣ ਵਾਲਾ ਤੇ ਦਿੰਦਾ ਪਿਆ। ਗੱਲ ਇਹ ਆ ਵੀ ਲੈਣ ਵਾਲੇ ਨੇ ਲਿਆ ਨਹੀਂ। ਮਾਸਟਰ ਸਕੂਲ ਦੇ ਵਿੱਚ ਪੜਾਉਂਦਾ ਤੇ 50 ਬੱਚੇ ਕਲਾਸ ਵਿੱਚ ਬੈਠੇ ਪੜ੍ਹਦੇ, ਸਾਰੇ ਪਾਸ ਹੋ ਗਏ ਤੇ ਵਿੱਚੋਂ ਫੇਲ ਹੋ ਗਿਆ। ਹੁਣ ਫੇਲ ਹੋਣ ਵਾਲਾ ਇਹ ਨਹੀਂ ਕਹਿ ਸਕਦਾ ਮੈਨੂੰ ਮਾਸਟਰ ਨੇ ਪੜਾਇਆ ਨਹੀਂ, ਮਾਸਟਰ ਨੇ ਤਾਂ ਸਾਰੀ ਕਲਾਸ ਨੂੰ ਪੜਾਇਆ, ਸਾਰੀ ਪਾਸ ਹੋ ਗਈ ਹੈ। ਜੇ ਫੇਲ ਹੋਇਆ ਇਹਦਾ ਮਤਲਬ ਇਹ ਨਹੀਂ ਪੜਿਆ, ਇਹਨੇ ਧਿਆਨ ਨਹੀਂ ਦਿੱਤਾ। ਹੁਣ ਦੋਸ਼ ਕਿਹਨੂੰ ਦੇਵੇਗਾ? ਸਾਥੀਆਂ ਨੂੰ ਕਿ ਸਕੂਲ ਨੂੰ ਦੋਸ਼ ਦੇਵੇਗਾ ਜਾਂ ਮਾਸਟਰ ਨੂੰ ਦੋਸ਼ ਦੇਵੇਗਾ? ਕਿਸੇ ਨੂੰ ਦੋਸ਼ ਦੇਣ ਦਾ ਕੋਈ ਲਾਭ ਨਹੀਂ ਹੈ। ਇਹ ਤੇਰਾ ਔਗਣ ਹੈ, ਤੂੰ ਉਸ ਕੰਮ ਨੂੰ ਕਰ ਨਹੀਂ ਸਕਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਾਮ ਨਹੀਂ ਜਪੇਗਾ ਤੇ ਦੋਸ਼ ਕਿਹਨੂੰ ਦੇਵੇਗਾ? ਦੱਦਾ ਦੋਸ਼ ਨਾ ਕਿਉਂ ਕਿਸੈ, ਦੋਸ਼ ਕਰਮਾ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ। ਕੰਮ ਵਿਗੜ ਜਾਵੇ ਅਸੀਂ ਗੁਆਂਢੀ ਵੱਲ ਬੋਲ ਚੁੱਕਦੇ, ਕੋਈ ਹੋਰ ਨੁਕਸਾਨ ਹੋ ਜਾਵੇ ਤੂਨੇ ਕਾਮਨ ਵੱਲ ਭੱਜੀ ਦਾ ਵੀ ਫਲਾਣੇ ਨੇ ਸਾਡੇ ਘਰੇ ਕੁੱਟ ਚਲਾਈ ਹੈ, ਫਲਾਣੇ ਨੇ ਆਹ ਕੰਮ ਮਾੜਾ ਕਰਵਾਇਆ। ਕਿਸੇ ਦਾ ਕੋਈ ਦੋਸ਼ ਨਹੀਂ, ਦੋਸ਼ ਤੇਰੇ ਕਰਮਾਂ ਦਾ, ਉਹਦਾ ਫਲ ਤੈਨੂੰ ਮਿਲਦਾ ਹੈ। ਜਿਨੀ ਸਖੀ ਸਹੁ ਰਾਵਿਆ, ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਰਮਾਤਮਾ ਨੂੰ ਪਾਇਆ ਹੈ, ਤਿੰਨ ਪੁੱਛੋਗੀ ਜਾਏ। ਮੈਂ ਉਹਨਾਂ ਨੂੰ ਜਾ ਕੇ ਪੁੱਛਾਂਗੀ। ਇਹ ਜੀਵ ਰੂਪ ਇਸਤਰੀ ਕਹਿ ਰਹੀ ਹੈ ਕਿ ਜਿਨ੍ਹਾਂ ਮਹਾਤਮਾ ਨੇ, ਗੁਰਮੁਖਾਂ ਨੇ, ਨਾਮ ਜਪਣ ਵਾਲਿਆਂ ਨੇ ਰੱਬ ਦੇ ਨਾਮ ਨੂੰ ਜਪ ਕੇ ਰੱਬ ਨੂੰ ਪਾਇਆ ਹੈ, ਮੈਂ ਉਹਨਾਂ ਨਾਮ ਜਪਣ ਵਾਲਿਆਂ ਨੂੰ ਜਾ ਕੇ ਪੁੱਛਾਂਗੀ ਭਾਈ ਤੁਸੀਂ ਕਿਵੇਂ ਜਪਿਆ ਤੇ ਕਿਵੇਂ ਪਾਇਆ, ਉਹਨਾਂ ਕੋਲੋਂ ਸਿੱਖਿਆ ਲਵਾਂਗੇ। ਪਾਏ ਲੱਗੋ ਬੇਨਤੀ ਕਰੋ, ਉਹਨਾਂ ਦੇ ਜਾ ਕੇ ਚਰਨਾਂ ਦੇ ਨਾਲ ਲੱਗਾਂਗੀ ਤੇ ਬੇਨਤੀਆਂ ਕਰਾਂਗੇ। ਲਿਓਗੀ ਪੰਥ ਬਤਾਏ। ਜਿਹੜਾ ਰਸਤਾ ਹੈ ਨਾ, ਕਹਿਣ ਲੱਗੇ ਕਿ ਉਹਨਾਂ ਕੋਲੋਂ ਪੁੱਛ ਲਵਾਂਗੀ। ਜਿਹੜਾ ਬੰਦਾ ਪਹਿਲਾਂ ਰਾਹ ਤੇ ਤੁਰ ਕੇ ਮੰਜ਼ਿਲ ਤੇ ਪਹੁੰਚਿਆ ਹੈ ਨਾ, ਉਹਨੂੰ ਰਸਤਾ ਪੁੱਛ ਕੇ ਮੰਜ਼ਿਲ ਤੇ ਜਾਣਾ ਸੌਖਾ ਹੈ। ਆਪ ਰਸਤਾ ਲੱਭ ਕੇ ਤੁਰਨਾ ਔਖਾ। ਇਸੇ ਤਰ੍ਹਾਂ ਜਿਹੜੇ ਮਹਾਤਮਾ ਨੇ ਨਾਮ ਜਪਣ ਵਾਲੇ, ਉਹਨਾਂ ਨੇ ਨਾਮ ਜਪ ਕੇ ਪਰਮਾਤਮਾ ਨੂੰ ਪਾਇਆ। ਮੈਂ ਉਹਨਾਂ ਕੋਲ ਜਾ ਕੇ ਰਾਹ ਪੁੱਛ ਲਵਾਂਗੀ। ਜਿਹੜਾ ਉਹ ਰਾਹ ਦੱਸਣਗੇ ਬੰਦਗੀ ਦਾ, ਉਸ ਰਾਹ ਤੇ ਚੱਲ ਕੇ ਮੈਂ ਵੀ ਉਸ ਨੂੰ ਪਾ ਲੈਣਾ ਹੈ। ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ। ਜਿਹੜੇ ਮਹਾਤਮਾ ਨੂੰ ਜਾ ਕੇ ਪੁੱਛਿਆ ਨਾ ਕਿ ਰੱਬ ਨੂੰ ਕਿਵੇਂ ਪਾਈਦਾ, ਤੁਸੀਂ ਰੱਬ ਨੂੰ ਪਾ ਲਿਆ, ਮੈਂ ਪਾਉਣਾ ਚਾਹੁੰਦਾ ਹਾਂ, ਮੈਨੂੰ ਦੱਸੋ ਵੀ ਤੁਸੀਂ ਕਿਵੇਂ ਪਾਇਆ। ਤੇ ਫਿਰ ਜਿਹੜੇ ਗੁਰਮੁਖ ਮਹਾਤਮਾ ਨੇ ਉਹ ਕਹਿਣ ਲੱਗੇ ਹੁਕਮ ਪਛਾਣੈ ਨਾਨਕਾ, ਸਾਰਿਆਂ ਤੋਂ ਪਹਿਲਾਂ ਇਹ ਗੁਣ ਧਾਰਨ ਕਰ ਵੀ ਤੂੰ ਉਹਦਾ ਹੁਕਮ ਮੰਨਣ ਦੇ ਯੋਗ ਹੋ ਜਾ। ਜੋ ਪ੍ਰਮਾਤਮਾ ਕਰਦਾ, ਜੋ ਤੁਧ ਭਾਵੈ ਸਾਈ ਭਲੀ ਕਾ। ਪਹਿਲਾਂ ਇਹ ਬਚਨ ਮੰਨ, ਜੇ ਰੱਬ ਨੂੰ ਪਾਉਣਾ ਚਾਹੁੰਦਾ ਨਾ ਪਰਮਾਤਮਾ ਨੂੰ, ਤੇ ਸਾਰਿਆਂ ਤੋਂ ਪਹਿਲਾਂ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਵਿੱਚ ਰਹਿਣਾ ਸਿੱਖ ਜਾ। ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ। ਭਉ ਤੋਂ ਭਾਵ ਕਹਿ ਲਈਏ ਡਰ, ਭਉ ਤੋਂ ਭਾਵ ਪ੍ਰੇਮ। ਕਹਿਣ ਲੱਗੇ ਕਿ ਡਰ ਉਹਦਾ ਆਪਣੇ ਮਨ ਵਿੱਚ ਵਸਾ। ਉਹਦਾ ਹੁਕਮ ਮੰਨਣਾ ਇੱਕ ਗੁਣ ਹੈ, ਉਹਦਾ ਡਰ ਰੱਖਣਾ ਇਹ ਦੂਜਾ ਗੁਣ ਹੈ। ਜਿਨ੍ਹਾਂ ਚਿਰ ਪ੍ਰਮਾਤਮਾ ਦਾ ਡਰ ਰੱਖੇਗਾ ਨਹੀਂ, ਉਹਨਾਂ ਚਿਰ ਮਾੜੇ ਕੰਮਾਂ ਤੋਂ ਕਦੇ ਨਹੀਂ ਹਟੇਗਾ। ਸਾਨੂੰ ਸਰਕਾਰ ਦਾ ਡਰ ਹੈ, ਕਾਨੂੰਨ ਦਾ ਡਰ ਹੈ,
ਤੇ ਅਸੀਂ ਮਾੜਾ ਕੰਮ ਕਰਨ ਤੋਂ ਤਾਂ ਡਰਦੇ ਹਾਂ ਵੀ ਜੇ ਆਹ ਕੰਮ ਕੀਤਾ ਤੇ ਇੰਨੀ ਸਜ਼ਾ ਮਿਲੇਗੀ, ਜੇਲ੍ਹ ਹੋ ਸਕਦੀ ਹੈ। ਪਰ ਜੇ ਮੰਨ ਲਓ ਸਰਕਾਰ ਜਾਂ ਕਾਨੂੰਨ ਹੋਵੇ ਨਾ, ਡਰ ਹੋਵੇ ਨਾ, ਤੇ ਫਿਰ ਅਸੀਂ ਕੰਮ ਖੁੱਲ੍ਹੇਆਮ ਹੀ ਕਰਾਂਗੇ ਵੀ ਸਾਨੂੰ ਕਿਹੜਾ ਪੁੱਛੇ। ਇਸੇ ਤਰ੍ਹਾਂ ਜਿੰਨਾ ਚਿਰ ਉਹ ਸੱਚੀ ਸਰਕਾਰ ਦਾ ਡਰ ਨਹੀਂ ਨਾ ਮੰਨਦਾ ਪਰਮਾਤਮਾ ਦਾ, ਉਹਨਾਂ ਚਿਰ ਤੂੰ ਮਾੜੇ ਕੰਮਾਂ ਤੋਂ ਤੌਬਾ ਕਰ ਹੀ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਦੋ ਗੁਣ ਧਾਰਨ ਕਰ, ਇੱਕ ਤੇ ਉਹਦਾ ਹੁਕਮ ਪਛਾਣ ਵੀ ਜੋ ਉਹ ਕਰਦਾ ਹੈ ਨਾ, ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ, ਉਹਦਾ ਹੁਕਮ ਤੇ ਮੈਂ ਕਿਹੜੇ ਮੱਥੇ ਮੰਨਣਾ। ਘਰ 10ਵੇਂ ਪਾਤਸ਼ਾਹ ਮਹਾਰਾਜ ਘਰ ਵੀ ਛੱਡਿਆ, ਪਰਿਵਾਰ ਵੀ ਛੱਡਿਆ, ਸ਼ਹੀਦੀਆਂ ਹੋਈਆਂ। ਮਾਛੀ ਵਾਲੇ ਦੇ ਜੰਗਲ ਵਿੱਚ ਪਏ ਹੋਏ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕੀ ਅਵਸਥਾ ਹੈ। ਸਾਡੇ ਵਰਗੇ ਰਾਮਾ ਹੀ ਦੇਈ ਜਾਣਗੇ ਕਿ ਮੈਨੂੰ ਆਹ ਦੁੱਖ ਮਿਲਿਆ ਤੇ ਮਿਲਿਆ ਕਿਉਂ। ਹਜ਼ਰਤ ਈਸਾ ਜਦੋਂ ਸਲੀਬ ਤੇ ਚੜਿਆ, ਉਹ ਟੰਗਿਆ ਬਾਦਸ਼ਾਹ ਦੇ ਹੁਕਮ ਦੇ ਨਾਲ ਵੀ ਉਹ ਸਲੀਬ ਤੇ ਚਾੜ ਕੇ ਧੱਕੇ ਨਾਲ ਠੋਕ ਦੇ। ਉਹਨੇ ਉੱਥੇ ਖੁਦਾ ਦੇ ਨਾਲ ਮਿਲਾਪ ਕੀਤਾ, ਸ਼ਿਫਾ ਕੀਤਾ ਵੀ ਹੈ ਖੁਦਾ, ਹੈ ਪਰਵਰਦਗਾਰ, ਮੈਂ ਇਹੋ ਜਿਹਾ ਕਿਹੜਾ ਗੁਨਾਹ ਕੀਤਾ ਜੋ ਮੈਨੂੰ ਸਲੀਬ ਤੇ ਟੰਗਿਆ ਜਾ ਰਿਹਾ। ਇੱਕੋ ਇੱਕ ਪੈਗੰਬਰ ਹੋਇਆ, ਉਹ ਵੀ ਖੁਦਾ ਦੇ ਸ਼ਿਫਾ ਕਰਦਾ ਪਿਆ। ਉਹਦੀ ਇੰਨੀ ਵੱਡੀ ਕੌਮ ਬਣ ਗਈ ਹੈ, ਸਾਡੇ ਗੁਰੂ ਦੀ ਤੇ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਗੁਰੂ ਦੇ ਸਿੱਖਾਂ ਦੀ ਬਰਾਬਰੀ ਵੀ ਨਹੀਂ ਹੋ ਸਕਦੀ ਹੈ। ਭਾਣਾ ਮੰਨਦਿਆਂ ਹੋਇਆਂ ਸਹਿ ਤੇ ਅਕਹਿ ਪ੍ਰਕਾਰ ਦੇ ਕਸ਼ਟ ਸਰੀਰ ਦੇ ਸਹਾਰੇ, ਪਰ ਭਾਣੇ ਨੂੰ ਆਖਿਆ ਵੀ ਤੇਰੀ ਮੌਜ ਹੀ ਹੈ। ਮਨੁੱਖਾਂ ਦੀ ਗੱਲ ਤੇ ਪਰੇ ਹੈ, ਸਿੰਘਾਂ ਸਰਦਾਰਾਂ ਦੀ ਗੱਲ ਤੇ ਪਰੇ ਹੈ। ਇੱਥੇ ਤੇ ਬੀਬੀਆਂ ਵੀ ਭਾਣਾ ਮੰਨਦੀਆਂ ਪਈਆਂ। ਵੀਰ ਬੰਦੂ ਦੀ ਜੇਲ੍ਹ ਵਿੱਚ ਬੱਚਿਆਂ ਦੇ ਟੁੱਟੇ ਕਰਕੇ ਘਰ ਵਿੱਚ ਪਾ ਦਿੱਤੇ। ਕਿਤਿਆ ਦੁੱਖ ਭੂਖ ਸਦਮਾਰ ਇਹ ਤੇ ਦਾਤ, ਇਹ ਭਾਣਾ ਮੰਨਿਆ ਉਹਨਾਂ ਬੀਬੀਆਂ ਨੇ ਵੀ ਅਕਾਲ ਪੁਰਖ ਦੀ ਤੇਰੀ ਦਾਤ ਹੀ ਹੈ ਜੋ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਕਮ ਪਛਾਣੇ ਨਾਨਕਾ, ਜਿਨ੍ਹਾਂ ਨੇ ਹੁਕਮ ਪਛਾਣ ਲਿਆ ਰੱਬ ਨੂੰ ਉਹ ਪਾਉਂਦੇ, ਜਿਨ੍ਹਾਂ ਨੇ ਉਹਦਾ ਡਰ ਮੰਨ ਲਿਆ ਪ੍ਰਾਪਤੀ ਉਹਨਾਂ ਨੂੰ ਹੈ। ਗੁਣ ਕਾਮਣ ਕਾਮਣ ਕਰੇ। ਸੰਸਾਰ ਵਿੱਚ ਕੀ ਹੁੰਦਾ ਹੈ ਕਿ ਜੇ ਮੀਆਂ ਬੀਬੀ ਦਾ ਝਗੜਾ ਪੈ ਜਾਵੇ ਤੇ ਅੰਨਾ ਗਵਾਂਢਣਾ ਫਿਰ ਬਾਤ ਦੇ ਮੀਆਂ ਵੀ ਤੂੰ ਗੁਨਾਹ ਕਰ, ਕੋਈ ਮਿਰਚਾਂ ਵਾਰ ਦੇ, ਕੋਈ ਹੋਰ ਪੈਰ ਦੀ ਮਿੱਟੀ ਚੁੱਕ ਲਾ, ਉਹ ਕਰਿਆ ਆਹ ਕਰਿਆ, ਤੇਰਾ ਪਤੀ ਤੇਰੇ ਕਹਿਣੇ ਵਿੱਚ ਆ ਜਾਏਗਾ। ਇੱਥੇ ਜਦੋਂ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ ਤੇ ਕਹਿਣ ਲੱਗੇ ਕਾਮਣ ਕੀ ਕਰਨਾ ਹੈ। ਮਹਾਰਾਜ ਕਹਿਣ ਲੱਗੇ ਗੁਣ ਕਾਮਣ ਕਾਮਣ ਕਰੇ। ਇਹ ਜੀਵ ਰੂਪ ਇਸਤਰੀ ਜਿਹੜੀ ਹੈ ਨਾ, ਉਸ ਵੇਲੇ ਨਾਮ ਦਾ ਹੀ ਟੂਣਾ ਕਰੇ। ਇੱਥੇ ਟੂਣਾ ਵੀ ਨਾਮ ਦਾ ਹੀ ਹੋਣਾ। ਧਾਗੇ ਨੂੰ ਗੰਢਾ ਦੇ ਕੇ ਤੇ ਮੌੜੀ ਉੱਥੇ ਰੱਖਣੀ, ਸੁਰਮਾ ਸੋਟੀਆਂ ਬਿੰਦੀਆਂ ਰੱਖ ਦੇਣੀਆਂ, ਨਾਰੀਅਲ ਰੱਖ ਦੇਣਾ, ਪਾਣੀ ਡੋਲ ਦੇਣਾ। ਉਹ ਟੂਣਾ ਇੱਥੇ ਨਹੀਂ ਚੱਲੇਗਾ, ਇੱਥੇ ਵੀ ਟੂਣਾ ਨਾਮ ਦਾ ਹੀ ਚੱਲਣਾ ਹੈ। ਮਹਾਰਾਜ ਕਹਿਣ ਲੱਗੇ ਜੀਵ ਇਸਤਰੀ ਨਾਮ ਜਪਣਾ ਇਹ ਕੰਮ ਨਾ ਕਰੇ, ਇਹ ਟੂਣਾ ਕਰੇ ਤੋ ਪਿਆਰੇ ਕੋ ਪਾਵੇ, ਤਾਂ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੋ ਪਿਆਰੇ ਕੋ ਪਾਵੇ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈਏ ਰੇ ਸੋਈ। ਜਿਹੜਾ ਦਿਲ ਕਰਕੇ ਮਿਲਿਆ ਭਾਈ ਉਹੀ ਮਿਲਿਆ, ਉਸ ਨੂੰ ਹੀ ਮਿਲਿਆ ਕਿਹਾ ਜਾਂਦਾ ਹੈ। ਜੇ ਬਹੁ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ। ਜੇ ਬਹੁਤੀਆਂ ਕੋਸ਼ਿਸ਼ਾਂ ਕਰੀਏ, ਬਹੁਤੀ ਇੱਛਾ ਕਰੀਏ, ਗੱਲਾਂ ਕਰਨ ਦੇ ਨਾਲ ਨਹੀਂ ਮਿਲਿਆ। ਕਰਾਂ ਮੈਂ ਕੁਝ ਨਾ, ਮੰਨ ਲਓ ਮੈਂ ਇੱਥੇ ਬੈਠਾ ਤੇ ਸੁਪਨਾ ਵੇਖਾਂ ਮੈਂ ਕਿ ਮੈਂ ਅੰਮ੍ਰਿਤਸਰ ਜਾਣਾ ਹੈ, ਮੈਂ ਦਿੱਲੀ ਜਾਣਾ ਹੈ, ਬੈਠਿਆ ਥੋੜੀ ਗੱਲ ਬਣੇ। ਸੜਕ ਤੇ ਜਾਣਾ ਪਵੇਗਾ, ਬੱਸ ਗੱਡੀ ਚੜ੍ਹਨਾ ਪਵੇਗਾ, ਸਫ਼ਰ ਕਰਨਾ ਪਵੇਗਾ, ਮੰਜ਼ਿਲ ਤਾਂ ਮਿਲਣੀ। ਜੇ ਆਪਾਂ ਇੱਥੇ ਬੈਠਿਆ ਕਹੀਏ ਕਿ ਕਰਾਂ ਮੈਂ ਕੁਝ ਵੀ ਨਾ, ਤੇ ਰੱਬ ਮੈਨੂੰ ਬਿਨਾਂ ਕੁਝ ਕਰਨ ਤੋਂ ਮਿਲੇ ਤੇ ਕਰੇ ਤੋਂ ਬਿਨਾਂ ਤੇ ਗੱਲ ਨਹੀਂ ਨਾ ਬੰਦੀ, ਕਰਨਾ ਤੇ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਕੋ ਤੇਰਾ ਰੁਚੀ ਹੈ, ਇੱਛਾ ਜਿੰਨੀ ਮਰਦੀ ਹੋਵੇ ਪਰਮਾਤਮਾ ਮਿਲੇ। ਪਰ ਮਹਾਰਾਜ ਕਹਿਣ ਲੱਗੇ ਗੱਲਾਂ ਦੇ ਨਾਲ ਹੀ ਬਾਤੀ ਮੇਲ ਨਾ ਹੋਈ, ਗੱਲਾਂ ਨਾਲ ਨਹੀਂ ਗੱਲ ਬਣਦੀ। ਗੱਲੀਆਂ ਪਗਾਲੀਆਂ ਕੰਮ ਨਾ ਆਵੇ, ਮਿੱਤ ਗੱਲਾਂ ਨਾਲੋਂ ਪਰਮਾਤਮਾ ਮਿਲਦਾ ਨਹੀਂ ਹੈ। ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਧਾਵੈ। ਜਿਵੇਂ ਅੱਗ ਦੇ ਸੰਬੰਧ ਕਰਕੇ ਧਾਤ ਧਾਤ ਨਾਲ ਮਿਲ ਜਾਂਦੀ ਹੈ। ਸਾਡਾ ਸੋਨੇ ਦਾ ਗਹਿਣਾ ਟੁੱਟ ਜਾਵੇ ਤੇ ਅਸੀਂ ਸੁਨਿਆਰੇ ਕੋਲ ਜਾਂਦੇ। ਸੁਨਿਆਰਾ ਕੀ ਕਰਦਾ?
ਉਸ ਗਹਿਣੇ ਨੂੰ ਅੱਗ ਨਾਲ ਗਰਮ ਕਰਕੇ ਤੇ ਸੋਨੇ ਦਾ ਸੋਨੇ ਨਾਲ ਠੰਡਾ ਪਾ ਦਿੱਤਾ। ਅੱਗ ਦਾ ਸੰਬੰਧ ਹੋਇਆ, ਟੁੱਟਿਆ ਸੋਨੇ ਦਾ ਗਹਿਣਾ ਸੋਨੇ ਨਾਲ ਜੁੜ ਗਿਆ। ਮੰਨ ਲਓ ਕਿ ਸਾਡੀ ਲੋਹੇ ਦੀ ਚੀਜ਼ ਟੁੱਟ ਜਾਵੇ ਤੇ ਅਸੀਂ ਲੋਹਾਰ ਕੋਲ ਚਲੇ ਜਾਂਦੇ ਤੇ ਲੋਹਾਰ ਵੀ ਲੋਹੇ ਨੂੰ ਗਰਮ ਕਰਕੇ ਤੇ ਟੁੱਟੇ ਹੋਏ ਲੋਹੇ ਨੂੰ ਦੂਜੇ ਲੋਹੇ ਨਾਲ ਜੋੜ ਦਿੰਦਾ। ਮਹਾਰਾਜ ਕਹਿਣ ਲੱਗੇ ਜਿਵੇਂ ਸੋਨਾ ਸੋਨੇ ਨਾਲ ਜੁੜਦਾ, ਲੋਹਾ ਲੋਹੇ ਨਾਲ ਜੁੜਦਾ, ਇਸੇ ਤਰ੍ਹਾਂ ਇੱਕ ਮਾਇਆ ਧਾਰੀ ਦੂਜੇ ਮਾਇਆ ਧਾਰੀ ਨਾਲ ਜੁੜਦਾ। ਭਾਵੇਂ 50 ਬੰਦਿਆਂ ਵਿੱਚ ਖੜੋਤਾ ਹੋਵੇ ਨਾ ਕੋਈ ਅਮੀਰ ਆਦਮੀ ਗੱਲਾਂ ਕਰਦਾ ਪਿਆ, ਉਧਰੋਂ ਦੂਜੇ ਪਾਸਿਓਂ ਕੋਈ ਹੋਰ ਅਮੀਰ ਆ ਗਿਆ ਤੇ ਉੱਠ ਕੇ ਪਹਿਲਾਂ ਉਹਨੂੰ ਮਿਲੇਗਾ ਜਾ ਕੇ, ਤੂੰ ਮੇਰੇ ਬਰਾਬਰ ਦਾ ਹੀ। ਜਿਹੜੇ 50 ਕੋਲ ਬੈਠੇ ਕਮਜ਼ੋਰ ਉਹਨਾਂ ਵੱਲ ਨਹੀਂ ਵੇਖੇਗਾ ਵੀ ਮੈਂ ਉੱਠ ਕੇ ਚੱਲਿਆ, ਇਹਨਾਂ ਦਾ ਮਾਣ ਰਹਿੰਦਾ ਕਿ ਨਹੀਂ ਰਹਿੰਦਾ। ਨਹੀਂ, ਉਹਦੀ ਖਿੱਚ ਉਹਦੇ ਵੱਲ ਹੈ, ਕਿਉਂਕਿ ਮੈਂ ਮਾਇਆ ਧਾਰੀ ਹਾਂ, ਉਹ ਵੀ ਮਾਇਆ ਧਾਰੀ ਹੈ, ਇਹਦੇ ਨਾਲ ਮੇਰਾ ਮੇਲ ਬਰਾਬਰ ਹੈ। ਸੋਨੇ ਦਾ ਜੋੜ ਸੋਨੇ ਨਾਲ ਪੈਂਦਾ, ਲੋਹੇ ਦਾ ਜੋੜ ਲੋਹੇ ਨਾਲ ਪੈਂਦਾ, ਮਾਇਆ ਧਾਰੀ ਦਾ ਜੋੜ ਮਾਇਆ ਧਾਰੀ ਨਾਲ ਪੈਂਦਾ ਹੈ। ਤੇ ਬਾਪ ਦਾ ਜੋੜ ਗੁਰਮੁਖੋ ਪੁੱਤਰ ਨਾਲ ਪੈਂਦਾ। ਬਾਪ ਦੀ ਬਿੱਦ ਤੋਂ ਪੁੱਤਰ ਦਾ ਸਰੀਰ ਬਣਿਆ ਤੇ ਪੁੱਤਰ ਦਾ DNA ਜਿਹੜਾ ਨਾ ਬਾਪ ਨਾਲ ਹੀ ਮਿਲਦਾ ਹੈ। ਮਹਾਰਾਜ ਕਹਿਣ ਲੱਗੇ ਸੰਸਾਰੀ ਭਾਵਨਾ ਨੇ ਹੋਇਆ ਲੋਹੇ ਨਾਲ ਮਿਲ ਗਿਆ, ਪਿਓ ਪੁੱਤਰ ਨਾਲ ਮਿਲਿਆ, ਹੋਇਆ ਲੋਹੇ ਨਾਲ ਹੋਇਆ, ਸੋਨੇ ਨਾਲ ਸੋਨਾ, ਮਾਇਆ ਧਾਰੀ ਨਾਲ ਮਾਇਆ ਧਾਰੀ ਮਿਲਿਆ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਿਹੜਾ ਲਿਵ ਲਾਉਣ ਵਾਲਾ ਨਾ ਪਰਮਾਤਮਾ ਦੇ ਨਾਮ ਦੀ, ਉਹ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਜਿਹੜਾ ਪਰਮਾਤਮਾ ਦਾ ਧਿਆਨ ਧਾਰੀ ਬੈਠਾ ਹੈ, ਉਹ ਧਿਆਨ ਧਾਰਨ ਕਰਨ ਵਾਲਾ ਇਸੇ ਤਰ੍ਹਾਂ ਜਿਹਦਾ ਧਿਆਨ ਧਾਰਿਆ ਉਹਦੇ ਵਿੱਚ ਦੌੜ ਕੇ ਭੱਜ ਕੇ ਉਹਨੂੰ ਮਿਲ ਪੈਂਦਾ ਹੈ। ਐਸੀ ਬਖਸ਼ਿਸ਼ ਹੁੰਦੀ ਹੈ। ਗੁਰ ਪ੍ਰਸਾਦੀ ਜਾਣੀਐ ਤੋ ਅਨਭਉ ਪਾਵੈ। ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਹੋਈ ਹੈ ਉਹ ਗਿਆਨ ਨੂੰ ਪ੍ਰਾਪਤ ਕਰਦੇ ਹਨ। ਪਾਨਾ ਵਾੜੀ ਹੋਏ ਘਰ ਖਰ ਸਾਰ ਨ ਜਾਣੈ। ਪਾਨਾਂ ਦੀ ਵਾੜੀ ਹੋਵੇ ਨਾ, ਘਰ ਵਿੱਚ ਬਗੀਚੀ ਲੱਗੀ, ਪਾਨ ਦੀ ਬਗੀਚੀ ਲੱਗੀ ਹੋਵੇ ਤੇ ਘਰ ਦੇ ਵਿੱਚ ਖੋਤਾ ਰੱਖਿਆ ਹੋਵੇ ਤੇ ਖੋਤੇ ਨੂੰ ਪਾਨ ਦੀ ਬਗੀਚੀ ਨਾਲ ਕੋਈ ਮਤਲਬ ਨਹੀਂ ਹੈ ਵੀ ਇਹ ਕੀ ਚੀਜ਼ ਹੈ। ਖੋਤੇ ਦਾ ਕੰਮ ਹੈ ਉਹ ਕਾਬੂ ਪਾਏਗਾ, ਮਿੱਟੀ ਪੱਟ ਕੇ ਬਗੀਚੀ ਭਾਵੇਂ ਪੱਟ ਦੇਵੇ, ਪਰ ਉਹ ਇਹ ਨਹੀਂ ਪਤਾ ਵੀ ਪਾਨ ਦਾ ਕੀ ਰੁਤਬਾ ਹੈ। ਮਹਾਰਾਜ ਕਹਿਣ ਲੱਗੇ ਖੋਤਾ ਪਾਨ ਦੀ ਬਗੀਚੀ ਨੂੰ ਜਾਣਦਾ ਨਹੀਂ ਹੈ। ਫਿਰ ਪ੍ਰਮਾਉਂਦੇ ਹਨ ਪਾਨਾ ਵਾੜੀ ਹੋਏ ਘਰ ਖਰ ਸਾਰ ਨ ਜਾਣੈ। ਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਪਾਨਾ ਵਾੜੀ ਕੀ ਹੈ? ਸ਼ੁਭ ਗੁਣ। ਸ਼ੁਭ ਗੁਣ ਕੀ ਨੇ? ਸਤ ਸੰਗਤ ਜਿੱਥੇ ਬੈਠੇ ਆ। ਪਾਨਾ ਵਾੜੀ ਕੀ ਹੈ? ਪਰਮੇਸ਼ਰ ਜਿਹਦਾ ਨਾਮ ਜਪਦੇ ਆ। ਪਾਨਾ ਵਾੜੀ ਕੀ ਹੈ? ਸ਼ੁਭ ਗੁਣ। ਪਰ ਕਹਿਣ ਲੱਗੇ ਇਹ ਜੀਵ ਰੂਪੀ ਖੋਤਾ ਸਾਰ ਨਹੀਂ ਜਾਣਦਾ, ਨਾ ਇਹਨੂੰ ਸਤ ਸੰਗਤ ਬਾਰੇ ਪਤਾ, ਨਾ ਇਹਨੂੰ ਰੱਬ ਬਾਰੇ ਪਤਾ, ਨਾ ਇਹਨੂੰ ਬੰਦਗੀ ਬਾਰੇ ਪਤਾ। ਜਿਵੇਂ ਖੋਤੇ ਨੂੰ ਪਾਣ ਦੀ ਬਗੀਚੀ ਦੀ ਕੋਈ ਸਾਰ ਨਹੀਂ ਹੈ, ਇਸ ਬੰਦਾ ਵੀ ਖੋਤੇ ਵਰਗਾ ਹੀ ਹੈ। ਨਾ ਇਹਨੂੰ ਸਤ ਸੰਗਤ ਦੀ ਸਾਰ ਹੈ, ਨਾ ਇਹਨੂੰ ਰੱਬ ਦੀ ਸਾਰ ਹੈ। ਐਸਾ ਇਹ ਖਦੀ ਹੈ। ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੈ। ਜਿਸ ਨੂੰ ਫੁੱਲਾਂ ਦੀ ਖੁਸ਼ਬੂ ਚੰਗੀ ਲੱਗਦੀ ਹੈ ਤੇ ਫੁੱਲਾਂ ਦੀ ਕੁਆਲਿਟੀ ਵੀ ਉਹੀ ਜਾਣਦਾ, ਫੁੱਲ ਦੀ ਸੁਗੰਧੀ ਵੀ ਉਹ ਜਾਣਦਾ। ਜਿਹਨੂੰ ਖੁਸ਼ਬੂ ਮਹਿਕ ਚੰਗੀ ਲੱਗਦੀ ਹੈ, ਜਿਹਨੂੰ ਮਹਿਕ ਖੁਸ਼ਬੂ ਚੰਗੀ ਨਹੀਂ ਲੱਗਦੀ ਉਹ ਫੁੱਲ ਤੋੜ ਦੇ ਸਕਦਾ ਪਰ ਲਾ ਕੋਈ ਨਹੀਂ ਸਕਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ ਨਾ, ਉਹ ਪਰਮਾਤਮਾ ਦੇ ਸਿਧਾਂਤ ਨੂੰ ਚੰਗਾ ਸਮਝਦੇ, ਤੇ ਜਿਨ੍ਹਾਂ ਨੇ ਸਿਧਾਂਤ ਚੰਗਾ ਸਮਝਿਆ ਉਹ ਫਿਰ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ, ਕਿਉਂਕਿ ਵੇਦਾਂ ਸ਼ਾਸਤਰਾਂ ਵਿੱਚ ਹੀ ਸਿਧਾਂਤ ਲਿਖਿਆ ਹੈ। ਜਿਹੜੇ ਸਿਧਾਂਤ ਰੂਪੀ ਖੁਸ਼ਬੂ ਦੇ ਨਾਲ ਪ੍ਰੇਮ ਕਰਦੇ ਨੇ ਉਹ ਵੇਦਾਂ ਰੂਪੀ ਫਲ ਦੀ ਪ੍ਰਾਪਤੀ ਕਰਦੇ ਹਨ। ਅਪਿਓ ਪੀਵੈ ਜੋ ਨਾਨਕਾ ਭਰਮ ਸਮਾਵੈ। ਜਿਹੜੇ ਗਿਆਨ ਨੂੰ ਪ੍ਰਾਪਤ ਕਰਦੇ ਨੇ, ਗਿਆਨ ਰੂਪੀ ਅੰਮ੍ਰਿਤ ਨੂੰ ਛਕਦੇ ਨੇ, ਉਹਨਾਂ ਦੇ ਜਿੰਨੇ ਭਰਮ ਨੇ ਇਹ ਸਾਰੇ ਭਰਮ ਖਤਮ ਹੋ ਜਾਂਦੇ, ਅਭਾਵ ਹੋ ਜਾਂਦੇ, ਨਾਸ਼ ਹੋ ਜਾਂਦੇ। ਉਹਨਾਂ ਦੇ ਭਰਮਾਂ ਤੋਂ 84 ਲੱਖ ਜੂਨਾਂ ਦੇ ਵਿੱਚ ਜਾਣ ਤੋਂ ਜਾਂ ਮਨ ਦੇ ਵਿੱਚ ਭਰਮ ਰਹਿਣ ਤੋਂ ਇਹ ਸਭ ਕੁਝ ਸੁਭਾਵ ਹੈ ਕਿ ਇਹ ਅਭਾਵ ਹੋ ਜਾਂਦਾ। ਨਾ ਜੂਨਾਂ ਵਿੱਚ ਜਾਣਾ ਪੈਂਦਾ, ਨਾ ਮਨ ਭਰਮਣਾ ਪੈਂਦਾ, ਨਾ ਭਰਮ ਰਹਿ ਜਾਂਦਾ ਹੈ।
ਸਹਜੇ ਸਹਜੇ ਮਿਲ ਰਹੇ ਅਮਰਾ ਪਦ ਉਹ ਪਾਵੈ ਗੁਰਮੁਖ ਸਹਜੇ ਹੀ ਸ਼ਾਂਤੀ ਅਤੇ ਆਦਿ ਗੁਣਾਂ ਨਾਲ ਮਿਲੇ ਰਹਿੰਦੇ ਤੇ ਅਮਰਾ ਪਦਵੀ ਨੂੰ ਪ੍ਰਾਪਤ ਕਰਦੇ, ਸੱਚਖੰਡ ਦੀ ਪ੍ਰਾਪਤੀ ਵਾਲੇ ਹੁੰਦੇ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪਵਿੱਤਰ ਸ਼ਬਦ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸ਼ਬਦ ਵੱਡਾ ਹੈ, ਮਹਾਰਾਜ ਜੀ ਦਾ 10 ਪੌੜੀਆਂ ਦਾ ਇਹ ਸ਼ਬਦ ਸੀ ਜੋ ਆਪਾਂ ਸਰਵਣ ਕੀਤਾ। ਆਪ ਸੰਤਾਂ ਗੁਰੂ ਦੇ ਗਿਆਨ ਕੇ ਹਿਰਦੇ ਤੋਂ ਸੁਲਾਦਾਸ ਦੀ ਜਾਨ ਕੇ ਮਾਫ ਦਿਓ ਸੱਜਣ ਅਸੀਸੜੀਆਂ ਜੋ ਲਸਰ ਸੇ ਹੋਈ ਅਪਿਓ ਪੀਵੇ ਜੋ ਨਾਨਕਾ ਭਰਮ ਭਰਮ ਸਮਾਵੈ ਸਹਜੇ ਸਹਜੇ ਮਿਲ ਰਹੇ ਅਮਰਾ ਪਦ ਪਾਵੈ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ। ਆਪ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ ਇੱਕ ਨਵੀਂ ਲੈਬ ਖੁੱਲੀ ਹੈ, ਲੈਬੋਰਟਰੀ ਖੁੱਲੀ ਹੈ, ਜਿਸ ਦੇ ਵਿੱਚ ਸਾਰੇ ਸਰੀਰ ਦੇ ਟੈਸਟ ਹੁੰਦੇ ਨੇ ਔਰ ਬਾਜ਼ਾਰ ਦੇ ਰੇਟ ਨਾਲੋਂ ਬੜੇ ਸਸਤੇ। ਜਿਹੜਾ ਬਾਹਰ ਆਪਾਂ 1000 ਰੁਪਏ ਦਾ ਟੈਸਟ ਪ੍ਰਾਪਤ ਹੋ ਰਿਹਾ ਉਹ ਕੇਵਲ 200-250 ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੋ ਜਾਇਆ ਕਰੇਗਾ।